ਵਾਹਿਗੁਰੂ ਜੀ। ਗੁਰੂ ਨਾਨਕ ਪਦ ਪੰਕਜ ਬੰਦਨ, ਸਿਮਰੋ ਅੰਗਦ ਦੂਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਉ, ਸ੍ਰੀ ਗੁਰੂ ਰਾਮਦਾਸ ਗੁਣ ਗਾਉ। ਸ੍ਰੀ ਅਰਜਨ ਬਿਘਨਨ ਕੇ ਨਾਸਕ, ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਸ੍ਰੀ ਗੁਰੂ ਗੋਬਿੰਦ ਸਿੰਘ ਬਸਾਲਾ। ਧਰੋਂ ਧਰਾ ਪਰ ਪੁਨ ਪੁਨ ਸੀਸਾ, ਬੰਦੋਂ ਬਾਰ ਬਾਰ ਜਗਦੀਸਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਪਾਵਨ ਕਥਾ। ਉੱਤਰਾਰਧ ਅਧਿਆਏ 52ਵਾਂ ਸਰਵਣ ਕਰਿਆ ਸੀ ਪਿੱਛੇ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਰੇ ਜਗਤ ਦੇ ਫਿਰ ਕੇ ਸੰਸਾਰ ਨੂੰ ਧਾਰਨਾ ਕਰਿਆ। ਉਪਰੰਤ ਸਰੀਰ ਬਦਲੀ ਕਰਨ ਲੱਗੇ ਨੇ। ਜੋਤ ਉਹੀ ਹੈ ਜਸ ਦੋਸਤਾ ਲਹਿਣਾ ਟਿਕਿਓਨ। ਪ੍ਰੀਖਿਆ ਕਰਕੇ ਸ੍ਰੀ ਲਹਿਣਾ ਜੀ ਨੂੰ ਗੱਦੀ ਦੇਣੀ ਕੀਤੀ। 5 ਪੈਸੇ ਨਾਰੀਅਲ ਰੱਖ ਕੇ ਮੱਥਾ ਟੇਕਿਆ। ਉਸ ਤੋਂ ਉਪਰੰਤ ਜਪਜੀ ਸਾਹਿਬ ਦੀ ਮਹਿਮਾ ਬਹੁਤ ਵੱਡੀ ਵਡਿਆਈ ਕਥਨ ਕੀਤੀ। ਇਹ ਸਾਰਾ ਪਿੱਛੇ ਪ੍ਰਸੰਗ ਸਰਵਣ ਕਰ ਰਹੇ ਹਾਂ। ਜਪਜੀ ਸਾਹਿਬ ਦਾ ਕੀ ਮਹਾਤਮ ਹੈ, ਉਹ ਸਾਰਾ 52ਵਾਂ ਅਧਿਆਏ ਦੇ ਵਿੱਚ ਆਪਾਂ ਸਰਵਣ ਕਰ ਸਕਦੇ ਹਾਂ। ਵੱਧ ਤੋਂ ਵੱਧ ਜਪਜੀ ਸਾਹਿਬ ਦੇ ਪਾਠ ਮਨ ਨੂੰ ਕਾਗਰ ਕਰਕੇ ਕਰੀਏ। ਮਹਾਰਾਜ ਜੀ ਕਹਿੰਦੇ ਉਹਦੇ ਨੇੜੇ ਜੰਮ ਵੀ ਨਹੀਂ ਆਉਂਦੇ ਜਿਹੜਾ ਜਪਜੀ ਸਾਹਿਬ ਦਾ ਪਾਠ ਕਰਦਾ ਹੈ। 53ਵਾਂ ਅਧਿਆਏ ਸ਼ੁਰੂ ਕਰਨ ਤੋਂ ਪਹਿਲਾਂ ਕਵੀ ਜੀ ਮੰਗਲਾਚਰਨ ਕਰ ਰਹੇ ਆ। ਜੋ ਵੀ ਪਵਿੱਤਰ ਪਾਵਨ ਇਤਿਹਾਸ ਆਵੇ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰਕੇ ਆਪ ਹੀ ਕਥਾ ਕਰਵਾਉਣੀ ਕਰੋ ਜੀ। ਦੋਹਰਾ ਸ੍ਰੀ ਸਰਸਵਤੀ ਸਿਮਰਨ, ਤੀਛਨ ਮਹਾ ਕੁਠਾਰ। ਗੁਰੂ ਨਾਨਕ ਦੇਵ ਮਹਾਰਾਜ ਜੀ 10 ਪਾਤਸ਼ਾਹੀਆਂ ਦੀ ਜਿਹੜੀ ਗੁਰਬਾਣੀ, ਗੁਰੂ ਗ੍ਰੰਥ ਸਾਹਿਬ ਬਾਰੇ ਗੁਰਬਾਣੀ ਦਾ ਪਾਠ ਜਿਹੜਾ ਕਰਨਾ ਹੈ, ਇਹ ਮਾਨੋ ਬਹੁਤ ਤਿੱਖਾ ਇੱਕ ਕੁਹਾੜੇ ਦੇ ਸਮਾਨ ਹੈ। ਬਿਗਨ ਬ੍ਰਿਛ ਕੇ ਵਿਪਨ ਕੋ ਕਰਤ ਸੰਘਾਰ ਸੁਧਾਰ। ਜ਼ਿੰਦਗੀ ਦੇ ਵਿੱਚ ਅਨੇਕਾਂ ਹੀ ਵਿਘਨ ਆਉਂਦੇ ਨੇ। ਕੰਮਾਂ ਕਾਰਾਂ ਦੇ ਵਿੱਚ ਰਹਿੰਦਿਆਂ ਹੋਇਆਂ, ਵਿਚਰਦਿਆਂ ਹੋਇਆਂ ਅਨੇਕਾਂ ਵਿਘਨ ਰੂਪੀ ਜਿਹੜਾ ਜੰਗਲ ਹੈ, ਉਸ ਨੂੰ ਗੁਰਬਾਣੀ ਦਾ ਪਾਠ ਰੂਪੀ ਕੁਹਾੜਾ ਜਿਹੜਾ ਹੈ ਕੱਟਣ ਦੇ ਵਾਸਤੇ ਬੜਾ ਤਿੱਖਾ ਇੱਕ ਕੁਹਾੜੇ ਦੇ ਸਮਾਨ ਹੈ। ਚੌਪਈ ਬੋਹਰੋ ਕਿਤਕ ਬਿਤਾਇਓ ਕਾਲਾ। ਕਾਫੀ ਸਮਾਂ ਬਤੀਤ ਹੋ ਗਿਆ। ਸ੍ਰੀ ਲਹਿਣਾ ਜੀ ਨੂੰ ਗੱਦੀ ਦੇਣ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਦੇ ਰੂਪ ਦੇ ਵਿੱਚ ਹੋ ਗਏ ਹਨ। ਸ੍ਰੀ ਨਾਨਕ ਜੀ ਪਰਮ ਕਿਰਪਾਲਾ। ਕਿਰਪਾਲੂ ਸਤਿਗੁਰਾਂ ਨੇ ਕਾਫੀ ਸਮਾਂ ਹੋਰ ਬਤੀਤ ਕਰਿਆ। ਇੱਕ ਦਿਨ ਅੰਗਦ ਸੰਗ ਬਖਾਨਾ। ਕੀ ਕਿਹਾ ਜੀ? ਤੁਮ ਅਬ ਗਮਨਹੁ ਆਪਣੇ ਸਥਾਨਾ। ਇੱਕ ਦਿਨ ਫਿਰ ਹੁਣ ਲਹਿਣਾ ਜੀ ਤੋਂ ਅੰਗਦ ਜੀ ਬਣ ਗਏ ਗੁਰੂ ਅੰਗਦ ਦੇਵ ਜੀ। ਮਾਰ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਹੁਣ ਤੁਸੀਂ ਆਪਣੇ ਨਗਰ ਜਾਣਾ ਕਰੋ। ਇਹਾਂ ਨ ਰਹੀਏ ਆਇਸ ਇਹੀ। ਇਹ ਸਾਡੀ ਆਗਿਆ, ਤੁਸੀਂ ਹੁਣ ਇੱਥੇ ਨਾ ਕਰਤਾਰਪੁਰ ਨਗਰ ਨਾ ਰਹਿਣਾ ਕਰੋ। ਸਮਾ ਸਮੀਪਤ ਜੋ ਨਿਜ ਦੇਹੀ। ਸਾਡੀ ਦੇਹੀ ਦਾ, ਸਾਡੇ ਸਰੀਰ ਦਾ ਸਮਾਂ, ਅੰਤ ਸਮਾਂ ਜਿਹੜਾ ਨੇੜੇ ਆ ਗਿਆ ਹੈ। ਦਿਨ ਥੋੜੇ ਹੀ ਹਿਰਦੈ ਲਖੀਜੈ। ਹਿਰਦੇ ਵਿੱਚ ਜਾਣ ਲਓ ਵੀ ਥੋੜੇ ਹੀ ਦਿਨ ਬਾਕੀ ਰਹਿੰਦੇ, ਦਿਨ ਥੋੜੇ ਥੱਕੇ। ਬੋਲਿਓ ਬਚ ਗ੍ਰਾਮ ਖੰਡੂਰ ਪਿਆਨਿਓ ਕੀਜੈ। ਖੰਡੂਰ ਨਗਰ ਨੂੰ ਹੁਣ ਤੁਸੀਂ ਚਾਲੇ ਪਾਉਣੇ ਕਰੋ। ਸੁਨ ਅੰਗਦ ਬੰਦੇ ਦਵੈ ਹੱਥ। ਸੁਣ ਕਰਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ, ਉਧਰ ਗੁਰੂ ਨਾਨਕ ਦੇਵ ਜੀ ਵੀ ਗੁਰੂ, 2 ਰੂਪ ਵਿੱਚ ਗੁਰੂ ਹੋ ਗਏ ਹਨ।
ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਹੱਥ ਜੋੜੇ ਹਨ। ਏਕੋ ਬੋਲਿਓ ਬਚਨ ਲਾਏ ਪਦ ਮਾਥਾ। ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਬੇਨਤੀ ਕਰੀ, ਰਾਵਰ ਕੀ ਰਜਾਏ ਮਮ ਸੀਸਾ। ਮਹਾਰਾਜ ਤੁਹਾਡੀ ਆਗਿਆ ਮੇਰੇ ਸਿਰ ਮੱਥੇ ਦੇ ਉੱਪਰ ਹੈ ਜੀ। ਏਕ ਅਵਰ ਬੂਝੋ ਜਗਦੀਸਾ। ਹਾਂ ਜਗਤ ਦੇ ਮਾਲਕ ਗੁਰੂ ਨਾਨਕ ਦੇਵ ਜੀ, ਇੱਕ ਸਵਾਲ ਪੁੱਛਦਾ ਤੁਹਾਡੇ ਕੋਲੋਂ। ਤਿਆਗਨ ਤਨ ਕੋ ਸਮਾਜੇ ਆਹੀ। ਜੀ ਤਬ ਦਰਸਿਓ ਮੈਂ ਆਏ ਕੇ ਨਾਹੀ। ਜਦੋਂ ਆਪ ਜੀ ਦੇ ਸਰੀਰ ਤਿਆਗ ਕਰਨ ਦਾ ਸਮਾਂ ਆਵੇਗਾ ਮਹਾਰਾਜ, ਉਦੋਂ ਮੈਂ ਆ ਕੇ ਤੁਹਾਡੇ ਦਰਸ਼ਨ ਕਰ ਸਕਦਾ ਜਾਂ ਨਹੀਂ ਕਰ ਸਕਦਾ। ਆਇਸ ਦੇਹੋ ਤੋ ਆਪ ਆਉ ਸਮੀਪਾ। ਸੁਨ ਬੋਲੇ ਬੇਦੀ ਕੁਲ ਦੀਪਾ। ਜੇ ਆਗਿਆ ਦੇਵੋ ਤਾਂ ਮੈਂ ਉਸ ਸਮੇਂ ਤੁਹਾਡੇ ਕੋਲੇ ਆਵਾਂ। ਸੁਣ ਕੇ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਆ, ਤੁਮ ਨਹਿ ਆਵੋ ਤਬ ਇਤ ਆਸਾ। ਹਮ ਆਵੇਂਗੇ ਤੁਮਰੇ ਪਾਸਾ। ਮਹਾਰਾਜ ਜੀ ਕਹਿਣਗੇ ਤੁਹਾਨੂੰ ਆਉਣ ਦੀ ਲੋੜ ਨਹੀਂ ਹੈ, ਅਸੀਂ ਆਪ ਹੀ ਤੁਹਾਡੇ ਕੋਲੇ ਆ ਜਾਵਾਂਗੇ, ਤੁਹਾਡੇ ਵਿੱਚ ਹੀ ਸਮਾ ਜਾਣਾ ਹੈ। ਜਿਸ ਬਿਦ ਕੋ ਨਹਿ ਸਕੇ ਲਖਾਈ। ਤੋ ਤਬ ਆਈ ਮਿਲੈ ਤੁਜ ਤਾਈ। ਜਿਹੜੀ ਗੱਲ ਨੂੰ ਕੋਈ ਜਾਣ ਨਹੀਂ ਸਕਦਾ, ਉਹ ਅਸੀਂ ਭਾਣਾ ਵਰਤਾਉਣਾ ਹੈ, ਉਹ ਕੰਮ ਕਰਨਾ ਹੈ। ਸੁਨ ਕੈ ਸਰੋਨ ਬਚਨ ਜਗ ਗੁਰ ਕੀ। ਚਲਿਓ ਨਾ ਚਾਹਤ ਨਿਕੇਤ ਬਿਛੁਰ ਕੀ। ਮਹਾਰਾਜ ਜੀ ਦੇ ਬਚਨ ਸੁਣ ਕਰਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਵਿਛੜ ਕਰਕੇ ਜਾਣਾ ਨਹੀਂ ਚਾਹੁੰਦੇ। ਤਦ ਪਰ ਜਾਏ ਅਮੋਰਨ ਸੋ ਪ੍ਰਣ ਤਾਂ ਵੀ ਜਿਹੜੀ ਆਗਿਆ ਹੈ ਅਮੋੜ ਵੀ ਆਗਿਆ ਮੰਨਣੀ ਹੈ, ਮੋੜਨੀ ਨਹੀਂ ਆਗਿਆ ਪਰਨ ਕਰਿਆ ਹੋਇਆ ਹੈ। ਪਇਓ ਤਿਆਰ ਚਲਨ ਕੋ ਛਿਨਤ ਹੈ। ਉਸੇ ਸਮੇਂ ਚੱਲਣ ਦੇ ਵਾਸਤੇ ਤਿਆਰ ਹੋ ਗਏ ਗੁਰੂ ਅੰਗਦ ਦੇਵ ਜੀ। ਹਵੈ ਅਧੀਨ ਕਰਹੀ ਅਸ਼ਟਾਂਗੰ। ਅਧੀਨ ਹੋ ਕਰਕੇ ਡੰਡੇ ਦੇ ਸਮਾਨ ਨਮਸਕਾਰ ਕਰੀ ਲੰਬੇ ਪੈ ਕੇ। ਬੰਦਹਿ ਚਰਨ ਕਵਲ ਅਨੁਰਾਗੰ। ਚਰਨਾ ਕਮਲਾਂ ਤੇ ਨਮਸਕਾਰ ਕਰੀ ਬੜੇ ਪਿਆਰ ਦੇ ਨਾਲ। ਮਨ ਸੌਂਪਿਓ ਗੁਣ ਖਾਨੀ ਪਾਸੂ। ਮਨ ਜਿਹੜਾ ਹੈ ਗੁਣਾਂ ਦੀ ਖਾਨ ਗੁਰੂ ਨਾਨਕ ਦੇਵ ਜੀ ਨੂੰ ਅਰਪਣ ਕਰ ਦਿੱਤਾ। ਤਨ ਗਮਨਿਓ ਜਿਤ ਦਿਸ਼ਾ ਅਵਾਸੂ। ਸਰੀਰ ਚੱਲ ਪਿਆ ਹੈ ਜਿੱਧਰ ਘਰ ਹੈ ਖਡੂਰ ਸਾਹਿਬ ਵੱਲ ਨੂੰ। ਦੋਹਰਾ ਵਿਦਾ ਹੋਏ ਜਗ ਗੁਰੂ ਤੇ ਸ੍ਰੀ ਅੰਗਦ ਸੁਖ ਰਾਸ। ਸੁੱਖਾਂ ਦੀ ਰਾਸ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਕੋਲੋਂ ਵਿਦਾ ਹੋ ਕੇ ਚੱਲ ਪਏ ਹਨ। ਸੁਨੇ ਸੁਨੇ ਆਵਤ ਪਏ ਗ੍ਰਾਮ ਖੰਡੂਰ ਆਵਾਸ। ਹੌਲੀ ਹੌਲੀ ਖਡੂਰ ਨਗਰ ਆਪਣੇ ਘਰੇ ਆ ਪਹੁੰਚੇ ਹਨ। ਚੌਪਈ ਮਿਲੇ ਤਵੇ ਸਗਰੇ ਨਰ ਆਈ। ਸਾਰੇ ਨਗਰ ਦੇ ਲੋਕਾਂ ਨੂੰ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗਦਾ ਆ ਕਰਕੇ ਮਿਲਦੇ ਆ। ਬੰਦਿਹੇ ਕੁਸਲ ਬੂਝ ਹਰ ਖਾਈ। ਨਮਸਕਾਰ ਕਰਦੇ ਨੇ, ਖੁਸ਼ ਹੋ ਕਰਕੇ ਸੁਖ ਸਾਂਦ ਪੁੱਛਦੇ ਆ। ਜਥਾ ਜੋਗ ਆਦਰ ਸਭ ਹੀ ਕਾ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸਾਰਿਆਂ ਦਾ ਜਥਾਯੋਗ ਸਤਿਕਾਰ ਕਰਿਆ ਹੈ। ਕਰਤ ਪਏ ਤੇਹਨ ਕੁਲ ਟੀਕਾ। ਤੇਹਣ ਕੁਲ ਦੇ ਨਿਸ਼ਾਨ ਗੁਰੂ ਅੰਗਦ ਦੇਵ ਜੀ ਸਾਰਿਆਂ ਦਾ ਸਤਿਕਾਰ ਕਰਦੇ ਆ। ਸਗਲੀ ਕਲਾ ਵਿਸਾਲ ਦੁਰਾਈ। ਕਲਾ ਸ਼ਕਤੀ ਜਿਹੜੀ ਹੈ ਬਹੁਤ ਸ਼ਕਤੀ ਹੈ, ਪਰ ਉਹਨੂੰ ਛੁਪਾ ਕੇ ਰੱਖਿਆ ਹੋਇਆ ਹੈ। ਨਹਿ ਕਿਸ ਕੇ ਸੰਗ ਕਬਹਿ ਜਨਾਈ। ਕਿਸੇ ਨੂੰ ਸ਼ਕਤੀ ਦਿਖਾਉਣੀ ਨਹੀਂ ਕਰੀ। ਜੋ ਹਿਰਦੇ ਕਰ ਬਹੁ ਜਗਿਆਸਾ। ਜੀ ਆਏ ਕਰਹਿ ਸੇਵਾ ਤਿਨ ਪਾਸਾ। ਜਗਿਆਸੂ ਜਿਹੜੇ ਹਨ ਬਹੁਤ ਪਿਆਰ ਨਾਲ ਆ ਕਰਕੇ ਸੇਵਾ ਕਰਦੇ ਆ। ਤਬ ਉਪਦੇਸਿ ਹਿਤ ਕਲਿਆਣਾ। ਉਹਨਾਂ ਦੇ ਕਲਿਆਣ ਭਲੇ ਦੇ ਵਾਸਤੇ ਗੁਰੂ ਅੰਗਦ ਦੇਵ ਜੀ ਫਿਰ ਉਹਨਾਂ ਨੂੰ ਉਪਦੇਸ਼ ਦਿੰਦੇ ਆ। ਕਰੇ ਕੋ ਬੰਧਨ ਕਰਹਿ ਹਾਨਾ। ਉਹਨਾਂ ਦੇ ਖੋਟੇ ਬੰਧਨ ਜਿਹੜੇ ਨਾਸ ਕਰਦੇ ਆ ਉਪਦੇਸ਼ ਦੇ ਕਰਕੇ। ਨਿਜ ਪ੍ਰਤਾਪ ਜੋ ਸਰਬ ਛਿਪਾਵਾ। ਪ੍ਰਤਾਪ ਜਿਹੜਾ ਹੈ, ਸ਼ਕਤੀ ਜਿਹੜੀ ਹੈ, ਕਰਾਮਾਤ ਸਾਰੀ ਛੁਪਾਈ ਹੋਈ ਹੈ। ਸੂਰਜ ਮਨਹੁ ਬੀਚ ਕਟ ਪਾਵਾ। ਮਾਨੋ ਸੂਰਜ ਜਿਵੇਂ ਬੱਦਲਾਂ ਦੇ ਵਿੱਚ ਲੁਕ ਜਾਂਦਾ ਹੈ, ਇਸ ਤਰ੍ਹਾਂ ਸ਼ਕਤੀ ਛੁਪਾ ਲਈ ਹੈ। ਕਿਨਹੁ ਨ ਅਜਰ ਜਰਿਓ ਇਨ ਜੈਸੀ। ਜਿਵੇਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਨਾ ਜਰਨ ਵਾਲੀ ਸ਼ਕਤੀ ਨੂੰ ਜਰ ਕੇ ਰੱਖਿਆ, ਦੁਨੀਆ ਦੇ ਉੱਪਰ ਹੋਰ ਕਿਸੇ ਨੇ ਵੀ ਇਸ ਤਰ੍ਹਾਂ ਨਹੀਂ ਜਰਿਆ। ਤੀਨ ਕਾਲ ਮਹਿ ਭਇਓ ਨ ਐਸੀ। ਤਿੰਨਾਂ ਲੋਕਾਂ ਦੇ ਚ ਇਹੋ ਜਿਹਾ ਕੋਈ ਪੈਦਾ ਨਹੀਂ ਹੋਇਆ। ਉਤਪਤ ਪਾਲਨ ਸਖਤ ਤਿਲੋਕੰ। ਸੰਸਾਰ ਨੂੰ ਪੈਦਾ ਕਰਨਾ, ਪਾਲਣਾ ਕਰਨੀ ਤੇ ਨਾਸ ਕਰਨਾ। ਸਿੰਧ ਸੁਖਤ ਮਹਿ ਸਭ ਜਨ ਰੋਕੋ। ਇਹ ਸਾਰੀ ਸ਼ਕਤੀ ਇਉਂ ਵੀ ਉਦਾਹਰਣ ਦਿੱਤੀ ਹੈ ਜਿਵੇਂ ਸਮੁੰਦਰ ਨੂੰ ਸਿੱਪੀ ਦੇ ਵਿੱਚ ਕੋਈ ਬੰਦ ਕਰ ਲਵੇ, ਇਸ ਤਰ੍ਹਾਂ ਸ਼ਕਤੀ ਨੂੰ ਛੁਪਾ ਰੱਖਿਆ ਹੈ। ਮੁਸ਼ਟ ਵਿਖੈ ਨਭ ਸਭ ਲਿਏ ਜੈਸੀ। ਜਾਂ ਬੜੀ ਹੋਰ ਸੋਹਣੀ ਉਦਾਹਰਣ ਦਿੱਤੀ ਹੈ, ਸਾਰੇ ਆਕਾਸ਼ ਨੂੰ ਇੱਕ ਮੁੱਠੀ ਦੇ ਵਿੱਚ ਬੰਦ ਕਰ ਲੈਣਾ, ਐਡੀ ਸ਼ਕਤੀ ਪਾ ਕਰਕੇ ਛੁਪਾ ਰੱਖੀ ਹੈ। ਇਸ ਬਿਦ ਰਹੇ ਸਦਨ ਨਿਜ ਬੈਸੀ। ਇਸ ਤਰ੍ਹਾਂ ਆਪਣੇ ਘਰ ਦੇ ਵਿੱਚ ਛੁਪੇ ਰਹਿੰਦੇ ਹਨ। ਤਿਨ ਕੇ ਸ੍ਰੀ ਪਦ ਪੰਕਜ ਤਾਈ। ਜੀ ਕਬ ਸੰਤੋਖ ਸਿਗ ਬੰਦਨ ਗਾਈ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ, ਐਸੇ ਗੁਰੂ ਅੰਗਦ ਦੇਵ ਮਹਾਰਾਜ ਚਰਨਾਂ ਤੇ
ਮੈਂ ਨਮਸਕਾਰ ਕਰਦਾ ਹਾਂ। ਤਹਿ ਪਛਾਤ ਸੋ ਭਇਓ ਪ੍ਰਸੰਗਾ, ਜੀ ਸੁਨਹੁ ਸੋ ਸਰੋਤਾ ਸੰਗ ਉਮੰਗਾ। ਇਸ ਤੋਂ ਪਿੱਛੋਂ ਹੇ ਸਰੋਤਾ ਜਨੋ, ਹੁਣ ਕਵੀ ਜੀ ਸੁਣਾ ਰਹੇ ਨੇ, ਕਿਉਂਕਿ ਭਾਈ ਬਾਲਾ ਜੀ ਦੀ ਸਾਖੀ ਪਿੱਛੇ ਹੋ ਗਈ ਸੀ, ਤੇ ਇਸ ਤੋਂ ਅੱਗੇ ਜੋ ਸਾਖੀ ਹੈ ਕਵੀ ਜੀ ਕਹਿੰਦੇ ਨੇ, ਹੇ ਸਰੋਤਾ ਜਨੋ ਬੜੇ ਪਿਆਰ ਦੇ ਨਾਲ ਸਰਵਣ ਕਰੋ। ਸ੍ਰੀ ਨਾਨਕ ਜਸ ਤੇ ਨਾ ਉਚਾਵੋ, ਉਚਾਟ ਨਾ ਹੋਵੋ, ਗੁਰੂ ਨਾਨਕ ਦੇਵ ਮਹਾਰਾਜ ਦੇ ਜਸ ਦੇ ਵਿੱਚ ਮਨ ਨੂੰ ਲਾਉਣਾ ਕਰੋ। ਸੁਨ ਸੁਨ ਸਦਾ ਬੰਧ ਨਿਜ ਕਾਟੋ, ਸੁਣ ਕਰਕੇ ਗੁਰੂ ਨਾਨਕ ਦੇਵ ਜੀ ਦੀ ਕਥਾ ਆਪਣੇ ਬੰਧਨ ਕੱਟਣੇ ਕਰੋ ਜੀ। ਸ੍ਰੀ ਜਗ ਗੁਰ ਕੋ ਜਹ ਦਰਬਾਰਾ, ਜਿੱਥੇ ਗੁਰੂ ਨਾਨਕ ਦੇਵ ਜੀ ਦਾ ਦਰਬਾਰ ਧਰਮਸ਼ਾਲਾ ਹੈ, ਹੁਤੋ ਅਗਾਰੀ ਚਲਦਲ ਭਾਰਾ। ਉਸ ਦਰਬਾਰ ਦੇ ਅਗਲੇ ਪਾਸੇ ਫਰੰਟ ਤੇ ਬਹੁਤ ਵੱਡਾ ਇੱਕ ਪਿੱਪਲ ਦਾ ਦਰਖਤ ਸੀ, ਸਗਨ ਛਾਉ ਸੋਬਤ ਰਮਣੀਕਾ, ਜਿਸ ਦੀ ਛਾਂ ਬਹੁਤ ਸੁੰਦਰ ਸੰਘਣੀ ਹੈ। ਤੈ ਬੈਠੇ ਬੇਦੀ ਕੁਲ ਟੀਕਾ, ਗੁਰੂ ਨਾਨਕ ਦੇਵ ਜੀ ਉਸ ਪਿੱਪਲ ਦੇ ਹੇਠਾਂ ਬੈਠਦੇ ਹਨ। ਕਿਰਪਾ ਭਰੇ ਦਵੈ ਨੈਣ ਰਸੀਲੇ, ਦੋਨੋਂ ਨੇਤਰ ਬੜੀ ਕਿਰਪਾ ਦੇ ਨਾਲ, ਮਿਹਰ ਦੇ ਨਾਲ ਭਰੇ ਹੋਏ ਹਨ। ਕਲਖ ਨਿਕੰਦਨ ਦੇਖ ਛਬੀਲੇ, ਜਦੋਂ ਗੁਰਸਿੱਖਾਂ ਵੱਲ ਪਿਆਰ ਨਾਲ ਦੇਖਦੇ ਨੇ, ਉਹਨਾਂ ਦੇ ਪਾਪਾਂ ਨੂੰ ਨਾਸ ਕਰਦੇ ਆ। ਤਤ ਗਿਆਨ ਮੈਂ ਕੋਮਲ ਬੋਲਾ, ਤੇ ਜਿਹੜੇ ਕੋਮਲ ਬਚਨ ਹਨ ਤਤ ਗਿਆਨ ਦੇ ਵਿੱਚ ਭਰੇ ਹੋਏ ਹਨ। ਸਰੋਨ ਸੁਨਾਵਹਿ ਮੁਦਰ ਅਮੋਲਾ, ਮਧੁਰ ਮਿੱਠੇ ਅਮੋਲਕ ਬਚਨ ਕੰਨਾਂ ਵਿੱਚ ਸੁਣਾਉਂਦੇ ਆ ਸੰਗਤਾਂ ਨੂੰ। ਸੰਗ ਅਰੰਭੇ ਸਿਖ ਜੀ ਪਲਾਈ, ਜਿਹੜੇ ਪਿੱਛੇ ਆਪਾਂ ਸਰਵਣ ਕਰਿਆ ਸੀ, ਮਹਾਰਾਜ ਨੇ ਸਵਾਂਗ ਰੰਭਿਆ ਸੀ, ਧਾਨਕਾਂ ਵਾਲਾ ਹੋਰ ਅਨੇਕਾਂ ਰੂਪ ਧਾਰਨ ਕਰੇ ਸੀ। ਉਸ ਸਮੇਂ ਗੁਰਸਿੱਖ ਜਿਹੜੇ ਭੱਜ ਗਏ ਸਨ, ਸੋ ਸੁਨ ਪਰਖਨ ਬਿਦ ਪਛਤਾਈ, ਉਹਨਾਂ ਨੂੰ ਪਤਾ ਲੱਗਿਆ ਵੀ ਇਹ ਤਾਂ ਮਹਾਰਾਜ ਨੇ ਪ੍ਰੀਖਿਆ ਕਰੀ ਸੀ। ਓਹੋ, ਸਾਡੇ ਕੋਲ ਤਾਂ ਬੜਾ ਮਾੜਾ ਕੰਮ ਹੋ ਗਿਆ, ਪ੍ਰੀਖਿਆ ਵਿੱਚ ਭੱਜ ਗਏ ਹਾਂ ਅਸੀਂ। ਉਹਨਾਂ ਨੂੰ ਬੜਾ ਪਛਤਾਵਾ ਹੋਇਆ। ਬਹਰੋ ਆਏ ਹਜੂਰ ਅਗਾਰੀ, ਸਾਰੇ ਇਕੱਠੇ ਹੋ ਕੇ ਗੁਰੂ ਨਾਨਕ ਦੇਵ ਜੀ ਦੇ ਅੱਗੇ ਆਏ ਹਨ। ਨਿਜ ਔਗਨ ਸੰਗ ਬਿਨੈ ਉਚਾਰੀ, ਆਪਣੇ ਔਗਣ ਸੱਚੇ ਪਾਤਸ਼ਾਹ ਅਸੀਂ ਭੁੱਲ ਗਏ, ਆਪ ਜੀ ਦੇ ਸਵਾਂਗ ਨੂੰ ਦੇਖ ਕਰਕੇ ਬੇਨਤੀਆਂ ਕਰਦੇ ਆ। ਬਖਸ਼ਾਵਹਿ ਅਰ ਪਾਸ ਰਹੇਹੀ, ਬੇਨਤੀ ਕਰਦੇ ਬਖਸ਼ਾਉਂਦੇ। ਮਹਾਰਾਜ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਭਾਈ, ਬੱਚੇ ਭੁੱਲਦੇ ਰਹਿੰਦੇ ਨੇ, ਫਿਰ ਕੀ ਹੋ ਗਿਆ, ਅੱਗੇ ਤੋਂ ਸਮਝ ਕੇ ਚੱਲਣਾ ਕਰੋ। ਸੇਵਹਿ ਚਰਨ ਕਮਲ ਸੁਖ ਲੇਹੀ, ਗੁਰੂ ਨਾਨਕ ਦੇਵ ਜੀ ਦੇ ਕੋਲੇ ਰਹਿ ਕੇ ਸੇਵਾ ਕਰਦੇ, ਚਰਨਾਂ ਕਮਲਾਂ ਦਾ ਸੁੱਖ ਮਾਣਦੇ ਆ। ਸ਼ਬਦ ਅਭਿਆਸ ਹੋਤ ਨਿਜ ਪਾਰੀ, ਬਹੁਤ ਜ਼ਿਆਦਾ ਸ਼ਬਦ ਦਾ ਅਭਿਆਸ ਹੁੰਦਾ ਹੈ। ਗਾਏ ਸਮੇਪ ਰਹੇ ਅਰਧ ਵਿਚਾਰੀ, ਫਿਰ ਪੜੋ ਜੀ। ਗਾਏ ਸ ਪ੍ਰੇਮ ਹੈ ਅਰਧ ਵਿਚਾਰੀ, ਗਾਉਂਦੇ ਨੇ ਪ੍ਰੇਮ ਦੇ ਨਾਲ ਤੇ ਅਰਥ ਦੀ ਵਿਚਾਰ ਕਰਦੇ ਆ। ਤੁਰਕਨ ਮੈਂ ਮਹਿਮਾ ਬਹੁ ਜਾਗੀ, ਕੱਲੇ ਗੁਰਸਿੱਖਾਂ ਦੇ ਵਿੱਚ ਨਹੀਂ, ਤੁਰਕਾਂ ਦੇ ਵਿੱਚ, ਮੁਸਲਮਾਨਾਂ ਦੇ ਵਿੱਚ ਵੀ ਗੁਰੂ ਨਾਨਕ ਦੇਵ ਦੀ ਵਡਿਆਈ ਬਹੁਤੀ ਪ੍ਰਗਟ ਹੋ ਗਈ ਹੈ। ਆਵਹਿ ਦਰਸ਼ਕ ਰਹੇ ਵਡਭਾਗੀ, ਬਹੁਤ ਸਾਰੇ ਤੁਰਕ ਜਿਹੜੇ ਵੱਡੇ ਭਾਗਾਂ ਵਾਲੇ, ਉਹ ਵੀ ਆ ਕੇ ਦਰਸ਼ਨ ਕਰਦੇ ਆ। ਸੁਨਹਿ ਸ਼ਬਦ ਕਰ ਪ੍ਰੇਮ ਵਿਸਾਲਾ, ਬਹੁਤੇ ਪ੍ਰੇਮ ਦੇ ਨਾਲ ਸ਼ਬਦ ਗੁਰਬਾਣੀ ਵੀ ਸੁਣਦੇ ਆ। ਤਿਨ ਕੀ ਕਰੇ ਕਲਿਆਣ ਕਿਰਪਾਲਾ, ਕਿਰਪਾਲੂ ਸਤਿਗੁਰੂ ਮਹਾਰਾਜ ਜੀ ਉਹਨਾਂ ਦਾ ਕਲਿਆਣ, ਉਹਨਾਂ ਦਾ ਭਲਾ ਕਰਦੇ ਆ। ਦੇਸ ਵਿਦੇਸਨ ਤੇ ਚਲ ਆਵਹਿ, ਦੇਸਾਂ ਵਿਦੇਸਾਂ ਦੂਰੋਂ ਦੂਰੋਂ ਵੀ ਸੰਗਤਾਂ ਆਉਂਦੀਆਂ ਨੇ। ਪਦ ਪੰਕਜ ਪਰ ਸੀਸ ਝੁਕਾਵਹਿ, ਚਰਨਾਂ ਕਮਲਾਂ ਤੇ ਸੀਸ ਝੁਕਾਉਂਦੇ ਆ। ਦਰਸ਼ਨ ਕਰਹਿ ਤਪਹਿ ਨਿਜ ਪੀਰ, ਤੇ ਦਰਸ਼ਨ ਕਰਦੇ ਨੇ, ਆਪਣੀ ਪੀੜਾ ਜਿਹੜੀ ਆ ਉਹ ਦੂਰ ਕਰਦੇ ਆ। ਇਹ ਖੁਦਾਏ ਕੋ ਕਹੈ ਸਰੀਰ, ਕਹਿੰਦੇ ਨੇ, ਕਹਿੰਦੇ ਭਾਈ ਇਹ ਤਾਂ ਇੱਕ ਮਨੁੱਖਾ ਸਰੀਰ ਦੇਖਣ ਨੂੰ ਹੈ, ਤਾਂ ਖੁਦਾ ਆਪ ਹੀ ਆਇਆ ਹੈ ਸੰਸਾਰ ਤੇ। ਆਏ ਮਰੀਦ ਹੋਏ ਬਹੁ ਤੁਰਕਾ, ਬਹੁਤ ਸਾਰੇ ਤੁਰਕ ਆ ਕੇ ਮਹਾਰਾਜ ਜੀ ਦੇ ਸੇਵਕ ਬਣਦੇ ਆ। ਸੁਨ ਸੁਨ ਬਚਨ ਹਨੈ ਪਰਮ ਉਰਕਾ, ਬਚਨ ਸੁਣ ਕਰਕੇ ਮਨ ਦੇ ਹਿਰਦੇ ਨੂੰ, ਹਿਰਦੇ ਦੇ ਭਰਮ ਨੂੰ ਦੂਰ ਕਰਦੇ ਆ। ਦਿਜ ਬਾਹਿਜ ਅਰ ਬੈਸ ਕਨੇਰੇ, ਕੀ ਪੰਡਤ ਕੀ ਖੱਤਰੀ ਕੀ ਬੈਸ ਹਨ, ਆਵਹਿ ਸੂਦਰ ਲਗਹਿ ਗੁਰ ਪੈਰੀ, ਕੀ ਸ਼ੂਦਰ ਹਨ, ਸਾਰੇ ਹੀ ਮਾਰੇ ਚਰਨਾਂ ਤੇ ਨਮਸਕਾਰਾਂ ਕਰਦੇ ਆਉਂਦੇ ਆ। ਪਰਮ ਗਿਆਨ ਕਨ ਲਖ ਮਨ ਮਾਹੀ, ਜੀ ਸੇਵਹਿ ਚਰਨ ਸ਼ਬਦ ਅਵਗਾਹੀ, ਸਤਿਗੁਰੂ ਮਾਰੇ ਚਰਨਾਂ ਦੀ ਸੇਵਾ ਕਰਦੇ ਨੇ, ਪੂਰਨ ਗਿਆਨ ਦੀ ਪ੍ਰਾਪਤੀ ਕਰਦੇ ਆ। ਸੁਨਹਿ ਬਚਨ ਬੈਠੇ ਚਹੂ ਓਰੀ, ਚਾਰੇ ਪਾਸੇ ਬੈਠ ਕੇ ਮਹਾਰਾਜ ਜੀ ਦੇ ਬਚਨ ਵੀ ਸੁਣਦੇ ਆ। ਤਨ ਤਨ ਪਨਹੀ ਕਰ ਜੋਰੀ, ਫੇਰ ਮੁਖ ਤੋਂ ਧੰਨ ਧੰਨ ਕਹਿੰਦੇ ਤੇ ਹੱਥ ਜੋੜਦੇ ਆ। ਸਤਿਗੁਰ ਬੀਚ ਬਿਰਾਜਹਿ ਐਸੇ, ਕਿਵੇਂ ਜੀ? ਉਡਗਨ ਵਿਖੈ ਚੰਦਰਮਾ ਜੈਸੇ, ਸਤਿਗੁਰੂ ਮਹਾਰਾਜ ਜੀ ਸਾਰਿਆਂ ਦੇ ਵਿੱਚ ਐ ਬਰਾਜ ਦੇ ਸੋਭਾ ਪਾਉਂਦੇ ਆ, ਜਿਵੇਂ ਤਾਰਿਆਂ ਦੇ ਵਿੱਚ ਚੰਦਰਮਾ ਸੋਭਾ ਪਾਉਂਦਾ ਹੁੰਦਾ ਹੈ। ਸਭਿਨ ਕੋ ਉਪਦੇਸ਼ ਬਤਾਵਾ, ਸਾਰਿਆਂ ਨੂੰ ਉਪਦੇਸ਼ ਦਿੰਦੇ ਆ ਮਹਾਰਾਜ ਜੀ। ਸੁਨਹੁ ਸਿੱਖ ਮਾਨੁਖ ਤਨ ਪਾਵਾ, ਮਹਾਰਾਜ ਜੀ ਇਹ ਕਹਿ ਰਹੇ ਨੇ, ਹੁਣ ਸਾਰਿਆਂ ਨੂੰ, ਆਪਾਂ ਨੂੰ ਵੀ ਉਪਦੇਸ਼ ਹੈ।
ਹੇ ਗੁਰਸਿੱਖੋ, ਸੁਣਨਾ ਕਰੋ, ਮਨੁੱਖਾ ਸਰੀਰ ਬੜਾ ਮੋਲਕ ਪ੍ਰਾਪਤ ਹੋਇਆ ਹੈ। ਦੁਰਲਭ ਹੈ ਅਮੋਲ ਪਦਾਰਥ। ਦੁਨੀਆ ਦੇ ਪਦਾਰਥ ਜਿਹੜੇ ਹਨ, ਮਨੁੱਖਾ ਸਰੀਰ ਬੜਾ ਅਮੋਲਕ ਹੈ। ਨਿਜ ਸਰੂਪ ਲਖ ਕਰੋ ਸਕਾਰਥ। ਦੁਨੀਆ ਦੇ ਪਦਾਰਥਾਂ ਵਾਸਤੇ ਨਾ ਇਸ ਨੂੰ ਗਵਾਉਣਾ ਕਰੋ। ਆਪਣਾ ਅਸਲ ਜਿਹੜਾ ਸਰੂਪ ਆਤਮਾ ਹੈ, ਉਸ ਨੂੰ ਜਾਣ ਕਰਕੇ ਮਨੁੱਖਾ ਜਨ ਨੂੰ ਸਫਲਾ ਕਰ ਲਵੋ। ਵਿਸਿਆਨ ਸੁਖ ਸਭ ਜੋਨਨ ਮਾਹੀ। ਵਿਸ਼ਿਆਂ ਦਾ ਜਿਹੜਾ ਸੁੱਖ ਹੈ, ਖਾਣ ਪੀਣ ਦਾ, ਹੋਰ ਸੁੱਖ ਭੋਗਣ ਦਾ ਸੁੱਖ ਜਿਹੜਾ ਹੈ, ਇੱਕ ਵਿਚਾਰ ਨਰ ਤਨ ਬਿਨ ਨਾਹੀ। ਉਹ ਬਾਕੀ ਦੀਆਂ ਜੂਨਾਂ ਵਿੱਚ ਵੀ ਭੋਜਨ, ਨਿੰਦਰਾ, ਭੋਗ, ਭੈ, ਇਹ ਪਸਪੁਰਖ ਸਮਾਨ ਉਹਨਾਂ ਵਿੱਚ ਵੀ ਪਾਇਆ ਜਾਂਦਾ ਹੈ। ਪਰ ਮਨੁੱਖਾ ਸਰੀਰ 'ਚ ਵਾਧਾ ਹੈ, ਇਸ ਨੂੰ ਵਿਚਾਰ ਹੈ, ਇਸ ਨੂੰ ਸੋਝੀ ਹੈ। ਉਰ ਮਹਿ ਇਸ ਵਿਦ ਕਰੋ ਵਿਚਾਰਨ। ਸੋ ਇਸ ਕਰਕੇ ਹਿਰਦੇ ਦੇ ਵਿੱਚ ਵਿਚਾਰ ਕਰਨੀ ਕਰੋ। ਕੋ ਮੈਂ ਹੋ ਕੋ ਜਗ ਕੋ ਕਾਰਨ। ਇਹ ਗੱਲ ਦੀ ਵਿਚਾਰ ਕਰਨੀ ਕਰੋ, ਮੈਂ ਕੀ ਹਾਂ। ਆਪਣੇ ਆਪ ਨੂੰ 3.5 ਹੱਥ ਦਾ ਸਰੀਰ ਨਾ ਮੰਨੀ ਜਾਓ। ਜਗ ਦਾ ਕਾਰਨ ਕੀ ਹੈ? ਨਿਰਨੈ ਸਤਿਏ ਅਸਤਿਆ ਕਰੀਜੈ। ਸੱਤ ਤੇ ਅਸਤ, ਸੱਚ ਕੀ ਹੈ, ਝੂਠ ਕੀ ਹੈ, ਉਹਦਾ ਨਿਰਣਾ ਕਰੋ। ਤਜਹੁ ਅਸਤਿਆ ਸਤਿਆ ਗਹਿ ਲੀਜੈ। ਝੂਠ ਜਿਹੜਾ ਉਹਦਾ ਤਿਆਗ ਕਰ ਦੋ, ਸੱਚ ਜੋ ਹੈ ਉਸ ਨੂੰ ਧਾਰਨ ਕਰ ਲਵੋ। ਦੇਹਾ ਦਿਕ ਪਰਪੰਚ ਪਸਾਰਾ। ਦੇਹ ਤੋਂ ਲੈ ਕਰਕੇ ਜਿੰਨੇ ਦੁਨੀਆ ਦੇ ਪਦਾਰਥ, ਇਹ ਪਰਪੰਚ ਹੀ ਹੈ। ਲਖੋ ਅਸਤੇ ਸਤ ਆਧਾਰਾ। ਇਸ ਨੂੰ ਸਾਰੇ ਨੂੰ ਅਸਤ, ਝੂਠ ਜਰਨਾ ਕਰੋ। ਤੇ ਸੱਤ ਜਿਹੜਾ ਆਸਰਾ, ਜਿਸ ਦੇ ਆਸਰੇ ਸਰੀਰ ਚੱਲਦਾ ਹੈ, ਉਹ ਆਤਮਾ ਹੈ। ਸਾਚੀ ਹੋਤ ਜੀਵਰੀ ਜੈਸੇ। ਇਹ ਭੁਲੇਖਾ ਐ ਪੈਂਦਾ ਜਿਵੇਂ ਮਟਕ ਚਾਨਣ ਦੇ ਵਿੱਚ ਥੋੜਾ ਜਿਹਾ ਅੰਧੇਰਾ ਹੋਵੇ, ਰੱਸੀ ਪਈ ਹੁੰਦੀ ਹੈ। ਇਹ ਅਧੇ ਝੂਠੋ ਲਖ ਤੈਸੇ। ਉਹ ਦੇਖ ਕੇ ਐ ਲੱਗਦੀ ਹੈ ਜਿਵੇਂ ਸੱਪ ਪਿਆ ਹੁੰਦਾ ਹੈ, ਪਰ ਹੈ ਰੱਸੀ, ਭੁਲੇਖਾ ਲੱਗ ਜਾਂਦਾ ਹੈ। ਹੰਤਾ ਮਮਤਾ ਇਉ ਲਖ ਤਜਹੁ। ਐਸੇ ਤਰੀਕੇ ਅਨੁਸਾਰ ਹੰਗਤਾ ਤੇ ਮਮਤਾ ਜੋ ਹੈ, ਮੋਹ ਤੇ ਹੰਕਾਰੀ ਦਾ ਤਿਆਗ ਕਰ ਦਿਓ। ਨਿਜ ਸਰੂਪ ਸਨਮੁਖ ਅਨੁਰਾਗੋ। ਆਪਣਾ ਜਿਹੜਾ ਅਸਲ ਸਰੂਪ ਹੈ, ਉਸ ਨੂੰ ਸਾਹਮਣੇ ਕਰਨਾ ਕਰੋ। ਬ੍ਰਹਮਾ ਵਰਤ ਤੇ ਨਿਕਸ ਉਤੰਗਾ। ਸੰਸਾਰ ਜਿਹੜੇ ਘੁੰਮਣ ਘੇਰੀਆਂ ਦੇ ਸਮਾਨ ਹੈ, ਤੋਂ ਉੱਚਾ ਉੱਠਣਾ ਕਰੋ। ਜਨਮ ਸਫਲ ਕਰ ਮਿਲ ਸਤ ਸੰਗਾ। ਸੰਗਤ ਵਿੱਚ ਮਿਲ ਕਰਕੇ ਆਪਣਾ ਮਨੁੱਖਾ ਜਨ ਸਫਲਾ ਕਰੋ ਭਾਈ। ਬਿਨ ਵਿਚਾਰ ਨਰ ਦੇਹ ਅਕਾਰਥ। ਬਿਨਾਂ ਵਿਚਾਰ ਤੋਂ ਮਨੁੱਖਾ ਸਰੀਰ ਜਿਹੜਾ ਹੈ, ਉਹ ਬੇਅਰਥ ਜਾ ਰਿਹਾ ਹੈ। ਨਾਮ ਸਿਮਰ ਜੇ ਲਹਿਣਾ ਪਰਮਾਰਥ। ਜਿਹੜਾ ਨਾਮ ਸਿਮਰ ਕਰਕੇ ਪਰਮਾਰਥ ਦਾ ਰਸਤੇ ਦਾ ਪ੍ਰਾਪਤੀ ਨਹੀਂ ਕਰਦੇ, ਉਹਨਾਂ ਨੇ ਮਨੁੱਖਾ ਜਨਮ ਬੇਅਰਥ ਗਵਾ ਲਿਆ ਹੈ। ਨਿਫਲ ਹੋਤ ਦੁਖ ਕੋ ਅਧਿਕਾਰੀ। ਫਲ ਤੋਂ ਰਹਿਤ ਨਿਸਫਲ ਹੁੰਦਾ ਹੈ, ਤੇ ਇਹ ਮਨੁੱਖਾ ਸਰੀਰ ਫਿਰ ਦੁੱਖ ਦਾ ਅਧਿਕਾਰੀ ਬਣ ਜਾਂਦਾ, ਦੁੱਖਾਂ ਦਾ ਕਾਰਨ ਬਣ ਜਾਂਦਾ ਹੈ। ਤੀਨ ਅਵਸਥਾ ਰਹਿ ਅਬਚਾਰੀ। 3 ਅਵਸਥਾ ਜਿਹੜੀਆਂ ਹਨ, ਅੱਗੇ ਦੱਸਣਗੇ ਕਿਹੜੀਆਂ, ਬਚਪਨ, ਜਵਾਨੀ ਤੇ ਬੁਢੇਪਾ। ਉਹ ਵਿਚਾਰ ਤੋਂ ਬਗੈਰ ਬੇਅਰਥ ਚਲੀਆਂ ਜਾਂਦੀਆਂ ਨੇ। ਨਿਕਸਤ ਜੋਨ ਅਦਕ ਦੁਖ ਪਾਵਾ। ਜਨਮ ਲੈਂਦਾ ਹੈ ਜਿਸ ਸਮੇਂ, ਉਸ ਸਮੇਂ ਬੜਾ ਦੁਖੀ ਹੁੰਦਾ ਹੈ ਇਹ। ਗਹਿਰ ਤਨਕ ਤਨ ਧਰ ਪੁਨ ਆਵਾ। ਬਹੁਤ ਛੋਟਾ ਜਿਹਾ ਸਰੀਰ ਧਾਰਨ ਕਰਕੇ ਜਨਮ ਲੈਂਦਾ ਹੈ। ਬਲ ਵਿਹੀਨ ਮੂਰਖਤਾ ਪਾਰੀ। ਉਸ ਸਮੇਂ ਬਲ ਤੋਂ ਰਹਿਤ ਹੋਇਆ, ਇਹਦੇ ਵਿੱਚ ਸ਼ਕਤੀ ਨਹੀਂ ਹੋਇਆ ਕਰਦੀ, ਤੇ ਮੂਰਖਾਂ ਵਾਲਾ ਇਹਦਾ ਸੁਭਾਅ ਹੋਇਆ ਕਰਦਾ ਹੈ। ਗ੍ਰਹਿ ਕ੍ਰਿਤ ਕਰਤ ਗਿਰ ਮਹਤਾਰੀ। ਮਹਤਾਰੀ ਕਹਿੰਦੇ ਨੇ ਮਾਤਾ। ਮਾਤਾ ਇਸ ਨੂੰ ਮੰਜੇ ਤੇ ਪਲੰਘ ਤੇ ਪਾ ਕਰਕੇ ਆਪਣੇ ਘਰ ਦੇ ਕੰਮਕਾਰ ਵਿੱਚ ਲੱਗ ਜਾਂਦੀ ਹੈ। ਦੋਹਰਾ ਬਾਲ ਅਵਸਥਾ ਕੀ ਵਿਖੇ ਏਤੇ ਹੋਤ ਵਿਕਾਰ। ਬਚਪਨ ਵਾਲੀ ਜਿਹੜੀ ਅਵਸਥਾ ਹੈ, ਉਹਦੇ ਵਿੱਚ ਬਹੁਤ ਸਾਰੇ ਜਿਹੜੇ ਵਿਕਾਰ ਨੇ, ਉਹ ਸੁਣਨੇ ਕਰੋ। ਪ੍ਰਾਤ ਜਲਨਤਾ ਚਪਲਤਾ ਇਛ ਦੀਨਤਾ ਧਾਰ। ਪ੍ਰਾਂਤ ਭੁਲੇਖਾ ਹੋਣਾ, ਪਤਾ ਹੀ ਨਹੀਂ ਆਪਣੇ ਆਪ ਦਾ ਮੈਂ ਕੀ ਹਾਂ। ਜਲਨਤਾ, ਜਲਨ ਪੈਦਾ ਹੋਈ ਜਾਣੀ। ਭਰਾਂਤ, ਜਲਨਤਾ, ਅੱਗੇ ਜੀ ਚਪਲਤਾ ਚੰਚਲਪੁਣਾ, ਇਛ ਦੀਨਤਾ ਧਾਰ। ਬੜੀਆਂ ਇੱਛਾਵਾਂ ਪੈਦਾ ਹੋਣੀਆਂ। ਪਹਿਲਾਂ ਤਾਂ ਜਦੋਂ ਬਿਲਕੁਲ ਛੋਟਾ ਜਿਹਾ, ਉਦੋਂ ਤਾਂ ਕੋਈ ਇੱਛਾ ਹੁੰਦੀ ਨਹੀਂ, ਖਤਮ ਹੀ ਹੁੰਦੀ ਹੈ ਇੱਛਾ। ਦੁੱਧ ਦੀ ਇੱਛਾ ਹੁੰਦੀ ਹੈ, ਉਦੋਂ ਬਾਅਦ ਫਿਰ ਇੱਛਾ ਵੱਧਦੀਆਂ ਜਾਂਦੀਆਂ ਨੇ। ਦੀਨਤਾ ਧਾਰ, ਬੜਾ ਦੀਨ ਹੋ ਕੇ ਰਹਿੰਦਾ ਹੈ। ਚੌਪੀ ਪ੍ਰਥਮ ਅਸਕਤ ਜਾਣਿਐ ਐਸੀ। ਪਹਿਲਾਂ ਅਸ਼ਕਤ, ਸ਼ਕਤੀ ਤੋਂ ਰਹਿਤ, ਬਲ ਤੋਂ ਰਹਿਤ ਉਹ ਜਾਣਨਾ ਕਰੋ। ਕਛੁ ਨ ਕ੍ਰਿਤ ਹੋਤ ਹੈ ਜੈਸੇ। ਕਿਉਂਕਿ ਇਹਦੇ ਕੋਲ ਕੋਈ ਕੰਮ ਨਹੀਂ ਸਰ ਆਉਂਦਾ, ਕੋਈ ਕੰਮ ਨਹੀਂ ਕਰ ਸਕਦਾ। ਪੁਨ ਮੂਰਖ ਕਛ ਸਮਝ ਨ ਸਕਈ। ਫੇਰ ਮੂਰਖਤਾ ਵਾਲੀ ਜਿਹੜੀ ਹਾਲਤ ਹੈ, ਸਮਝ ਨਹੀਂ ਸਕਦਾ ਕੁਝ ਵੀ। ਭ੍ਰਮ ਭਰਿਓ ਅਨ ਅਨ ਕੋ ਤਕਈ। ਭਰਮ ਦੇ ਵਿੱਚ ਕਦੇ ਇੱਧਰ ਨੂੰ ਦੇਖ ਲਿਆ, ਕਦੇ ਉੱਧਰ ਨੂੰ ਦੇਖ ਲਿਆ। ਬਹੁਰ
ਜਲਨਤਾ ਜੋ ਕਛ ਚਾਹੀ। ਫਿਰ ਜਲਨਤਾ ਹੈ ਜਿਹੜਾ ਕੁਛ ਚਾਹੁੰਦਾ ਹੈ, ਜਲਤ ਰਹਿਤ ਸੋ ਪਾਵਤ ਉਹ ਨਾਹੀ। ਪ੍ਰਾਪਤ ਨਹੀਂ ਹੁੰਦੀ। ਇੱਕ ਵਸਤੂ ਪ੍ਰਾਪਤ ਹੋਵੇ ਫਿਰ ਕਹਿੰਦਾ ਦੂਜੀ ਲੈਣੀ ਹੈ, ਫਿਰ ਤੀਜੀ ਲੈਣੀ ਹੈ, ਤੇ ਉਹ ਜਲੀ ਜਾਂਦਾ ਹੈ ਅੰਦਰ ਅੰਦਰ ਹੀ। ਕਪ ਇੱਕ ਥਲ ਥਿਰ ਰਹਿ ਨਾ ਸਕਤ ਜਸ। ਜਿਵੇਂ ਬਾਂਦਰ ਜਿਹੜਾ ਹੈ ਇੱਕ ਜਗ੍ਹਾ ਟਿਕਿਆ ਨਹੀਂ ਰਿਹਾ ਕਰਦਾ, ਤਿਉ ਨੈ ਠਹਿਰੈ ਚੰਚਲਤਾ ਅਸ। ਇਸ ਤਰੀਕੇ ਅਨੁਸਾਰ ਚੰਚਲਤਾ ਹੁੰਦੀ ਹੈ, ਬਚਪਨ ਦੇ ਵਿੱਚ ਠਹਿਰਦਾ ਨਹੀਂ ਹੈ। ਇੱਛਾ ਸਦਾ ਪਦਾਰਥ ਕੇਰੀ। ਪਦਾਰਥਾਂ ਦੀ ਇੱਛਾ ਜਿਹੜੀ ਹੈ ਉਹ ਬਣੀ ਹੋਈ ਰਹਿੰਦੀ ਹੈ। ਬਹੁਤ ਦੀਨਤਾ ਸਭਨ ਅਗੇਰੀ। ਸਾਰਿਆਂ ਦੇ ਅੱਗੇ ਬੜਾ ਦੀਨ ਜਿਹਾ ਹੋ ਕੇ ਰਹਿੰਦਾ ਹੈ ਬਚਪਨ ਵਿੱਚ। ਮੂੜ ਗੁੰਗ ਅਪਵਿੱਤਰ ਰਹਾਈ। ਮੂਰਖਾਂ ਵਾਲੀ ਹਾਲਤ ਹੁੰਦੀ ਹੈ, ਗੁੰਗ ਗੂੰਗਾ ਹੁੰਦਾ ਕਿਉਂਕਿ ਬੋਲ ਨਹੀਂ ਸਕਦਾ। ਜੇ ਬੋਲਦਾ ਉਹਦੀ ਸਮਝ ਕੋਈ ਨਹੀਂ ਆਉਂਦੀ। ਬਾਸ਼ਤ ਵਸਤ ਨਾ ਉਚਰ ਸਕਾਈ। ਜਿਹੜੀ ਵਸਤੂ ਦੀ ਲੋੜ ਹੈ ਮੁਖ ਤੋਂ ਬੋਲ ਕੇ ਤਾਂ ਨਹੀਂ ਦੱਸ ਸਕਦਾ ਵੀ ਮੈਨੂੰ ਆਹ ਚਾਹੀਦੀ ਹੈ, ਇਸ਼ਾਰੇ ਹੀ ਕਰਦਾ ਹੈ। ਮਾਤ ਪਿਤਾ ਕੋ ਪੈ ਨਿਤ ਰਹੀ। ਹਰ ਰੋਜ਼ ਮਾਂ ਪਿਓ ਦਾ ਵੱਡਿਆਂ ਦਾ ਡਰ ਬਣਿਆ ਰਹਿੰਦਾ ਹੈ। ਖਿਨ ਖਿਨ ਵਿਖੈ ਅਨਾਦਰ ਲਹੀ। ਖਿਨ ਖਿਨ ਥੋੜੇ ਥੋੜੇ ਸਮੇਂ ਬਾਅਦ ਇਹਦਾ ਨਰਾਦਰ ਹੋਇਆ ਕਰਦਾ ਹੈ, ਝਿੜਕਾਂ ਪੈਂਦੀਆਂ ਨੇ, ਮਾਰ ਵੀ ਪੈਂਦੀ ਹੈ। ਜਿਉ ਕੁਕਰ ਦਵਾਰਨ ਕੋ ਜਾਈ। ਜੀ ਬਾਰ ਬਾਰ ਅਪਮਾਨ ਹੀ ਪਾਈ। ਜਿਵੇਂ ਕੁੱਤਾ ਜਿਹੜਾ ਹੈ ਕਦੇ ਕਿਸੇ ਦੁਆਰੇ ਤੇ ਚਲੇ ਗਿਆ, ਕਿਸੇ ਦੁਆਰੇ ਤੇ ਚਲੇ ਗਿਆ, ਇਸੇ ਤਰ੍ਹਾਂ ਬੜਾ ਇਹਦਾ ਨਰਾਦਰ ਹੁੰਦਾ ਹੈ। ਬਾਲ ਅਵਸਥਾ ਅਸ ਦੁਖ ਪਾਨੀ। ਬਚਪਨ ਦੀ ਅਵਸਥਾ ਜਿਹੜੀ ਹੈ ਇਹ ਦੁੱਖਾਂ ਦਾ ਘਰ ਹੋਇਆ ਕਰਦੀ ਹੈ। ਇਸ ਤਰ੍ਹਾਂ ਜਿਸ ਮਹਿ ਸੁਖ ਕੀ ਰੰਚ ਨਾ ਜਾਣੀ। ਇਹਦੇ ਵਿੱਚ ਰੰਚਕ ਭਰ ਥੋੜਾ ਜਿਹਾ ਵੀ ਸੁੱਖ ਨਹੀਂ ਹੈ ਬਚਪਨ ਦੇ ਵਿੱਚ। ਤਾਂ ਤੇ ਸਿਮਰਨ ਸ੍ਰੀ ਕਰਤਾਰਾ। ਜੀ ਨਰ ਤਨ ਧਰ ਕੈ ਕਰੋ ਉਦਾਰਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਕਾਹਨੂੰ ਜਨਮ ਮਰਨ ਵਿੱਚ ਬਾਰ-ਬਾਰ ਆਉਣਾ ਹੈ, ਮਨੁੱਖਾ ਸਰੀਰ ਧਾਰਨ ਕਰਕੇ ਪਰਮੇਸ਼ਰ ਦਾ ਸਿਮਰਨ ਕਰਿਆ ਕਰੋ। ਬਹੁਰੋ ਜੁਬਾ ਅਵਸਥਾ ਪਾਈ। ਇਹ ਬਚਪਨ ਦੀ ਤੁਹਾਨੂੰ ਦੱਸ ਦਿੱਤੀ ਹੈ, ਅੱਗੇ ਜਵਾਨੀ ਦੀ ਅਵਸਥਾ ਉਹ ਵੀ ਸੁਣਨੇ ਕਰੋ। ਕਾਮ ਪਿਸਾਚ ਲਗਹਿ ਤਬ ਤਾਈ। ਕਾਮ ਰੂਪੀ ਭੂਤਨਾ ਜਿਹੜਾ ਇਸ ਨੂੰ ਚਿੰਬੜਿਆ ਰਹਿੰਦਾ ਹੈ। ਖਿਰਿਓ ਸਰੋਜ ਚਿਤ ਬਹੁ ਭਾਂਤੀ। ਹਿਰਦਾ ਜਿਹੜਾ ਹੈ ਬਹੁਤ ਜ਼ਿਆਦਾ ਖਿੜ ਜਾਂਦਾ ਹੈ। ਇੱਛ ਪੰਖੜੀ ਜਹ ਬਿਕਸਾਤੀ। ਜਿਵੇਂ ਕਮਲ ਦੇ ਫੁੱਲ ਦੀਆਂ ਪੰਖੜੀਆਂ ਬੜੀਆਂ ਕਿ ਕੋਈ ਵੀ ਫੁੱਲ ਆ ਉਹਦੀਆਂ ਪੰਖੜੀਆਂ ਖਿੜਦੀਆਂ ਨੇ, ਐਸੇ ਤਰ੍ਹਾਂ ਇੱਛਾ ਰੂਪੀ ਪੰਖੜੀਆਂ ਬਹੁਤ ਜ਼ਿਆਦਾ ਖਿੜ ਜਾਂਦੀਆਂ ਨੇ, ਇੱਛਾ ਬਹੁਤ ਵੱਧ ਜਾਂਦੀਆਂ ਨੇ ਜਵਾਨੀ ਦੇ ਵਿੱਚ। ਜਿਉ ਨਿਰਤਨੀ ਤਨੀ ਕੇ ਪਾਸਾ। ਬੜੀ ਸੋਹਣੀ ਉਦਾਹਰਣ ਦਿੱਤੀ ਹੈ ਭਾਈ ਸਾਹਿਬ ਜੀ ਨੇ। ਜਿਵੇਂ ਨਿਰਧਨੀ ਕੋਈ ਕੰਗਾਲ ਹੋਵੇ, ਗਰੀਬ ਹੋਵੇ, ਕਰੇ ਸਥਿਤੀ ਤਾਰ ਉਰ ਆਸਾ। ਉਹ ਕਿਸੇ ਅਮੀਰ ਦੇ ਕੋਲੇ ਜਾ ਕਰਕੇ ਉਹਦੇ ਦਰਵਾਜ਼ੇ ਦੇ ਉੱਪਰ ਬੈਠਦਾ ਹੈ। ਤਿਉ ਪਿਖ ਜੁਬਾ ਸੋ ਸਰਬ ਵਿਕਾਰਾ। ਇਹਦੇ ਕੋਲੋਂ ਮੈਨੂੰ ਰੋਟੀ ਮਿਲੂ, ਮੈਨੂੰ ਇਹਦੇ ਕੋਲੋਂ ਮਾਇਆ ਮਿਲੂ, ਕੱਪੜਾ ਮਿਲੂ, ਲੋੜੀਂਦੀਆਂ ਵਸਤੂਆਂ, ਉਹਦੇ ਵੱਲ ਦੇਖੀ ਜਾਂਦਾ, ਉਹਦੇ ਕੰਮ ਕਾਰ ਨੇਕਾਂ ਕਰਦਾ। ਐਸੇ ਤਰ੍ਹਾਂ ਹੀ ਦੁਬਾਰਾ ਪੰਕਤੀ ਪੜੋ ਜੀ। ਤਿਉ ਪਿਖ ਜੁਬਾ ਸੋ ਸਰਬ ਵਿਕਾਰਾ। ਐਸੇ ਤਰ੍ਹਾਂ ਜੋ ਜਿਵੇਂ ਉਹ ਅਮੀਰ ਦੇ ਕੋਲੇ ਗਰੀਬ ਜਾਂਦਾ, ਐਸੇ ਤਰ੍ਹਾਂ ਜਵਾਨੀ ਰੂਪੀ ਅਮੀਰ ਦੇ ਪਾਸ ਜਿੰਨੇ ਵਕਾਰ ਰੂਪੀ ਗਰੀਬ ਹਨ, ਸਾਰੇ ਵਕਾਰ ਇਕੱਠੇ ਹੋ ਜਾਂਦੇ ਆ ਜਵਾਨੀ ਦੇ ਵਿੱਚ। ਆਏ ਸਥਿਤ ਹਵੈ ਨਰਨ ਮਜਾਰਾ। ਮਨੁੱਖ ਦੇ ਵਿੱਚ ਜਵਾਨੀ ਦੇ ਟਾਈਮ ਸਾਰੇ ਵਕਾਰ ਆ ਕਰਕੇ ਪੈਦਾ ਹੋ ਜਾਂਦੇ ਆ, ਟਿਕ ਜਾਂਦੇ ਆ। ਕਾਮ ਪਿਸਾਜ ਲਗਿਓ ਇਸ ਤਾਈ। ਕਾਮ ਰੂਪੀ ਭੂਤਨਾ ਜਿਹੜਾ ਹੈ ਚਿੰਬੜ ਜਾਂਦਾ। ਨਾਰ ਗਰਤ ਮਹਿ ਦੇ ਡਿਗਾਈ। ਕਾਮ ਰੂਪੀ ਟੋਏ ਦੇ ਵਿੱਚ ਜਾ ਕਰਕੇ ਗਿਰ ਜਾਂਦਾ ਹੈ। ਤਿਸ ਮੈਂ ਪਰਿਓ ਮਹਾ ਦੁਖ ਪਾਵੈ। ਬੜਾ ਦੁੱਖ ਪਾਉਂਦਾ ਹੈ, ਉਸ ਟੋਏ ਦੇ ਵਿੱਚ ਗਿਰਿਆ ਹੋਇਆ ਦੁਖੀ ਹੁੰਦਾ ਹੈ। ਨਿਕਸਿਓ ਜਾਏ ਨਾ ਜਨਮ ਗਵਾਵੈ। ਆਪਣਾ ਮਨੁੱਖਾ ਜਨਮ ਹੀ ਗਵਾ ਲੈਂਦਾ ਹੈ, ਐਸਾ ਟੋਏ ਵਿੱਚ ਗਿਰਦਾ ਹੈ। ਜਿਨ ਭੋਗੋ ਕੋ ਸੁਖ ਲਖ ਭੋਗੀ। ਜਿਨ੍ਹਾਂ ਦੁਨੀਆ ਦੇ ਭੋਗਾਂ ਨੂੰ ਸੁਖ ਜਾਣ ਕਰਕੇ ਭੋਗਦਾ ਹੈ, ਸੋ ਸਭ ਦੁਖ ਕੋ ਕਾਰਨ ਸੋਗੀ। ਉਹ ਸਾਰੇ ਦੁੱਖ ਦਾ ਕਾਰਨ ਬਣ ਜਾਂਦੇ ਨੇ। ਜਿਉ ਕੰਚਨ ਕਟ ਬਿਖ ਕੋ ਪੂਰਾ। ਬੜਾ ਸੋਹਣੇ ਉਦਾਹਰਣ ਦਿੱਤੀ ਹੈ। ਜਿਵੇਂ ਘੜਾ ਤਾਂ ਹੋਵੇ ਸੋਨੇ ਦਾ, ਪਰ ਵਿੱਚ ਜ਼ਹਿਰ ਭਰੀ ਹੋਈ ਹੋਵੇ। ਕਰੈ ਪਾਨ ਪਿਖ ਕੈ ਤਹਿ ਰੂਰਾ। ਸੋਨੇ ਦਾ ਘੜਾ ਹੈ, ਬੜਾ ਸੁੰਦਰ ਹੈ, ਸੋਹਣਾ ਘੜਾ ਦੇਖ ਕਰਕੇ ਪੀ ਲਵੇ ਉਸ ਨੂੰ, ਪਰ ਉਹ ਤਾਂ ਜ਼ਹਿਰ ਹੈ ਅੰਦਰ ਉਸਦੇ। ਤਿਉ ਵਿਚਾਰ ਬਿਨ ਸੁੰਦਰ ਨਾਰੀ। ਐਸੇ ਤਰੀਕੇ ਅਨੁਸਾਰ ਵਿਚਾਰ ਤੋਂ ਬਗੈਰ ਭੋਗੇ ਹਵੈ ਅਧੀਨ ਦੁਖਕਾਰੀ। ਦੁਖੀ ਹੋ ਕਰਕੇ ਅਨੇਕਾਂ ਭੋਗਾਂ ਨੂੰ ਭੋਗਦਾ, ਜਿਹੜੇ ਦੁੱਖ ਦਾ ਕਾਰਨ ਬਣ ਜਾਂਦੇ ਆ। ਜੁਵਾ ਆਵਈ ਨਿਸਾ ਪ੍ਰਕੋਰਾ। ਜਿਹੜੀ ਜਵਾਨੀ ਹੈ ਇਸ ਨੂੰ ਭਿਆਨਕ ਰਾਤ ਦੇ ਸਮਾਨ ਦੱਸਿਆ। ਜਿਵੇਂ ਕਾਲੀ ਭਿਆਨਕ ਰਾਤ ਹੋਵੇ, ਐਸੇ ਤਰ੍ਹਾਂ ਜਵਾਨੀ ਜਿਹੜੀ ਹੈ ਭਿਆਨਕ ਰਾਤ ਦੇ ਸਮਾਨ। ਪੰਜ ਚੋਰ ਕਰਹੀ ਵੱਡ ਜੋਰਾ। ਪੰਜ ਚੋਰ ਜਿਹੜੇ ਨੇ ਕਾਮ, ਕ੍ਰੋਧ, ਲੋਭ, ਹੰਕਾਰ, ਲੋਭ, ਮੋਹ, ਹੰਕਾਰ,
ਸ਼ਬਦ ਸਪਰਸ ਰੂਪ ਰਸ ਗੰਧ ਇਹ ਬਹੁਤ ਜ਼ਿਆਦਾ ਜ਼ੋਰ ਪਾ ਲੈਂਦੇ ਆ। ਸਤ ਸੰਤੋਖ ਵਿਰਾਗ ਵਿਚਾਰਾ, ਸਤ ਸੰਤੋਖ ਵਿਰਾਗ ਤੇ ਵਿਚਾਰ ਗਿਆਨ ਜੋ ਹੈ। ਸ਼ਾਂਤ ਆਤਮਾ ਤਨ ਇਹ ਪਾਰਾ, ਸ਼ਾਂਤ ਆਤਮਾ ਜਿਹੜਾ ਇਹ ਸ੍ਰੇਸ਼ਟ ਧਨ, ਚੰਗਾ ਜਿਹੜਾ ਧਨ ਹੈ। ਸਰਬ ਸੋ ਚੋਰ ਕਸੋਟ ਲਿਜਾਈ, ਉਹ ਸਾਰੇ ਚੰਗੇ ਧਨ ਨੂੰ ਜਿਵੇਂ ਚੋਰ ਲੁੱਟ ਕੇ ਲੈ ਜਾਂਦੇ ਨੇ, ਐਸੇ ਤਰ੍ਹਾਂ ਸ਼ਬਦ ਸਪਰਸ ਰੂਪ ਰਸ ਗੰਧ ਇਹਨਾਂ ਨੇ ਸਾਰੇ ਚੰਗੇ ਧਨ ਨੂੰ, ਚੰਗੇ ਚੰਗੇ ਗੁਣਾਂ ਨੂੰ ਐ ਲੁੱਟ ਕੇ ਕੰਗਾਲ ਕਰ ਦਿੰਦੇ ਐ। ਇਸ ਨੂੰ ਜਨਮ ਮਰਨ ਦਾਰਦ ਦੁਖ ਪਾਈ, ਜਨਮ ਮਰਨ ਦਾ ਜਿਹੜਾ ਬਹੁਤ ਭਿਆਨਕ ਦੁੱਖ ਹੈ ਉਹ ਪਾਉਂਦਾ ਹੈ। ਇਨ ਤਸਕਰ ਤੇ ਹਵੈ ਜੀ ਸੁਚੇਤੂ, ਇਹਨਾਂ ਚੋਰਾਂ ਕੋਲੋਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਦੇ ਕੋਲੋਂ ਜੇ ਸਾਵਧਾਨ ਹੋ ਜਾਵੇ ਸੰਗਤ ਵਿੱਚ ਆ ਕਰਕੇ, ਦਰਬ ਆਤਮਾ ਰਖੇ ਨ ਕੇਤੂ, ਫਿਰ ਆਪਣਾ ਆਤਮਾ ਰੂਪੀ ਧਨ ਜਿਹੜਾ ਹੈ ਔਰ ਸ੍ਰੇਸ਼ਟ ਗੁਣਾਂ ਦਾ ਧਨ ਜਿਹੜਾ ਹੈ ਉਹ ਹਿਰਦੇ ਰੂਪੀ ਘਰ ਦੇ ਵਿੱਚ ਸੰਭਾਲ ਕਰਕੇ ਰੱਖਦਾ ਹੈ। ਤਨ ਸੇ ਨਰ ਪਵਹਿ ਪਦ ਪੂਰੀ, ਉਹ ਧਨ ਮਨੁੱਖ ਹਨ ਜਿਹੜੇ ਅਸਲ ਪਦਵੀ ਨੂੰ ਪ੍ਰਾਪਤ ਕਰ ਲੈਂਦੇ ਹਨ। ਆਨੰਦ ਵਿਖੈ ਤਿਤ ਤਹਿ ਬਿਦਰੂਰੀ, ਉਹਨਾਂ ਦੀ ਵਿਧੀ ਬੜੀ ਚੰਗੀ ਹੈ, ਆਨੰਦ ਦੇ ਵਿੱਚ ਹਮੇਸ਼ਾ ਹੀ ਆਨੰਦ ਵਿੱਚ ਰਹਿੰਦੇ ਆ। ਪਰਮ ਸਤਰ ਇਹ ਜੋਬਨ ਜਾਨਹੁ, ਇਹ ਜਵਾਨੀ ਜਿਹੜੀ ਹੈ ਵਿਚਾਰ ਤੋਂ ਬਗੈਰ, ਸੰਗਤ ਤੋਂ ਬਗੈਰ ਬਹੁਤ ਜ਼ਿਆਦੇ ਮਾਨੋ ਵੈਰੀ ਦੁਸ਼ਮਣ ਹੈ। ਕਾਮ ਕ੍ਰੋਧ ਇਹ ਸਤਰ ਪਛਾਨਹੁ, ਕਾਮ ਕ੍ਰੋਧ ਆਦਿਕ ਜਿਹੜੇ ਹਨ ਇਹ ਇਸ ਦੇ ਦੁਸ਼ਮਣ ਹਨ। ਬਾਰ ਬਾਰ ਇਹ ਕਰੇ ਪ੍ਰਹਾਰਾ, ਬਾਰ ਬਾਰ ਇਹਦੇ ਉੱਪਰ ਇਹ ਵਾਰ ਕਰਦੇ ਰਹਿੰਦੇ ਆ। ਖੰਡ ਖੰਡ ਮਨ ਕੋ ਕਰ ਡਾਰਾ, ਜਿਨ੍ਹਾਂ ਨੇ ਕਾਮ ਕ੍ਰੋਧ ਮੋਹ ਹੰਕਾਰ ਆਦਿਕ ਨੇ, ਲੋਭ ਆਦਿਕ ਨੇ ਇਸ ਦੇ ਮਨ ਨੂੰ ਟੁਕੜੇ ਟੁਕੜੇ ਕਰ ਦਿੱਤਾ ਹੈ। ਜਿਉ ਸਾਵਨ ਹਵੈ ਬਰਖਾ ਪਾਰੀ, ਜਿਵੇਂ ਸਾਵਣ ਦੇ ਮਹੀਨੇ ਵਿੱਚ ਬਹੁਤ ਹੀ ਜ਼ਿਆਦਾ ਬਾਰਿਸ਼ ਹੋ ਜਾਵੇ। ਸਰਤਾ ਕੋ ਪ੍ਰਵਾਹੀ ਬਲਕਾਰੀ, ਨਦੀਆਂ ਦੇ ਵਿੱਚ ਪਾਣੀ ਬਹੁਤ ਵੱਧ ਜਾਂਦਾ, ਆਲੇ ਦੁਆਲੇ ਨੂੰ ਉਛਲਣ ਲੱਗ ਜਾਂਦਾ ਹੈ। ਤਿਉ ਜੋਬਨ ਕੇ ਆਵਨ ਕਰਕੈ, ਐਸੇ ਤਰ੍ਹਾਂ ਜਵਾਨੀ ਜਦੋਂ ਆਉਂਦੀ ਹੈ ਇਸ ਦੇ ਉੱਪਰ, ਤ੍ਰਿਸ਼ਨਾ ਹੋਤ ਅਦਕ ਬਲ ਤਰਕੈ, ਤ੍ਰਿਸ਼ਨਾ ਆਦਿਕ ਨਦੀਆਂ ਦੇ ਸਮਾਨ ਇਹਦੇ ਵਿੱਚ ਪੈ ਜਾਂਦੀਆਂ ਨੇ, ਬਹੁਤ ਜ਼ਿਆਦਾ ਬਲ ਧਾਰਨ ਕਰਦੀਆਂ ਨੇ, ਉਛਲਣ ਲੱਗ ਜਾਂਦਾ ਹੈ। ਫਿਰ ਜਿਉ ਸਾਗਰ ਗੰਭੀਰ ਅਪਾਰੀ, ਜੀ ਜੀ ਮੱਛ ਕੱਚ ਹੈ ਨਕਰ ਮਜਾਰੀ, ਜਿਵੇਂ ਸਾਗਰ ਦੇ ਸਮੁੰਦਰ ਦੇ ਵਿੱਚ ਮੱਛ ਕੱਛ ਪਾਣੀ ਦੇ ਵਿੱਚ ਰਹਿਣ ਵਾਲੇ ਜੀਵ ਜੰਤੂ ਬਹੁਤ ਪੈਦਾ ਹੋ ਜਾਂਦੇ ਆ। ਤਰਨੋ ਕਠਨ ਤਾਹੀ ਕੋ ਉਹੀ, ਐਸੇ ਤਰੀਕੇ ਅਨੁਸਾਰ ਜਵਾਨੀ ਦਾ ਸਮਾਂ ਇਹਦੇ ਵਿੱਚ ਵਿਸ਼ੇ ਵਿਕਾਰ ਰੂਪੀ ਜੰਤੂ ਬਹੁਤ ਪੈਦਾ ਹੋ ਜਾਂਦੇ ਨੇ ਤੇ ਇਸ ਨੂੰ ਤਰਨਾ ਬੜਾ ਔਖਾ ਹੋ ਜਾਂਦਾ ਹੈ ਸਮੁੰਦਰ ਨੂੰ। ਜੜੈ ਜਹਾਜ ਪਾਏ ਤਟ ਸੋਈ, ਪਰ ਜਿਹੜਾ ਜਹਾਜ਼ ਦੇ ਉੱਪਰ ਸਵਾਰ ਹੋ ਜਾਵੇ ਉਹ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। ਤਿਉ ਜੋਬਨ ਹੈ ਸਹਿਤ ਵਿਕਾਰਾ, ਇਸ ਤਰੀਕੇ ਅਨੁਸਾਰ ਜਵਾਨੀ ਜਿਹੜੀ ਹੈ ਉਹ ਵਿਕਾਰਾਂ ਦੀ ਸਮੇਤ ਹੈ। ਵਿਕਾਰ ਜਿਹੜੇ ਨੇ ਜੀਵ ਜੰਤੂਆਂ ਦੇ ਸਮਾਨ ਹਨ। ਤਰਨੋ ਕਠਨ ਨਾ ਪਾਵਹਿ ਪਾਰਾ, ਇਸ ਨੂੰ ਤਰਨਾ ਬੜਾ ਔਖਾ ਹੈ, ਪਾਰਾਵਾਰ ਨਹੀਂ ਪਾਇਆ ਜਾਂਦਾ। ਲਖ ਸਤ ਸੰਗਤ ਪੋਤ ਮਹਾਨਾ, ਪੋਤ ਜਹਾਜ਼ ਨੂੰ ਕਹਿੰਦੇ ਸਤਸੰਗ ਰੂਪੀ ਜਹਾਜ਼, ਇਸ ਨੂੰ ਪ੍ਰਾਪਤ ਜੇ ਹੋ ਜਾਵੇ। ਸਿਮਰਨ ਨਾਮ ਜਹਾਂ ਵਰਦਾਨਾ, ਜਿੱਥੇ ਸੰਗਤ ਵਿੱਚ ਆ ਕਰਕੇ ਨਾਮ ਸਿਮਰਨ ਦਾ ਅਭਿਆਸ ਕਰਾਇਆ ਜਾਂਦਾ, ਨਾਮ ਨਾਲ ਜੋੜਿਆ ਜਾਂਦਾ। ਵਰਦਵਾਨਾ, ਵਰਦਵਾਨ ਹੁੰਦੇ ਨੇ ਕੱਪੜੇ, ਹੁਣ ਤਾਂ ਇੰਜਣ ਨਾਲ ਚੱਲਦੇ ਨੇ ਸਮੁੰਦਰੀ ਜਹਾਜ਼, ਵੱਡੇ ਵੱਡੇ ਇੰਜਣ ਲੱਗੇ ਹੁੰਦੇ ਨੇ। ਪਹਿਲਾਂ ਇੰਜਣ ਨਹੀਂ ਸੀ ਹੋਇਆ ਕਰਦੇ, ਉਹ ਦੋ ਵੱਡੇ ਵੱਡੇ ਬੰਝ ਬੰਨ੍ਹ ਦਿੰਦੇ, ਉਹਨਾਂ ਦੇ ਨਾਲ ਕੱਪੜੇ ਲਾ ਦਿੰਦੇ। ਫਿਰ ਜਦੋਂ ਹਵਾ ਚੱਲਦੀ ਸੀ, ਹਵਾ ਉਹ ਕੱਪੜਿਆਂ ਨੂੰ ਧੱਕਾ ਦੇ ਕਰਕੇ ਜਹਾਜ਼ ਨੂੰ ਤੋਰਦੀ। ਜਦੋਂ ਹਵਾ ਉਲਟ ਹੋ ਜਾਂਦੀ ਫਿਰ ਉਹਨਾਂ ਨੂੰ ਖੋਲ੍ਹ ਦਿਆ ਕਰਦੇ ਸੀ, ਫਿਰ ਜਹਾਜ਼ ਖੜਾ ਰਹਿੰਦਾ, ਕਈ ਦਿਨ ਖੜਾ ਰਹਿੰਦਾ ਸੀ। ਉਹਨਾਂ ਨੂੰ ਵਰਤਵਾਨ ਕਹਿਣਾ ਕੀਤਾ। ਦੁਬਾਰਾ ਪੰਕਤੀ ਪੜੋ ਜੀ। ਸਿਮਰਨ ਨਾਮ ਜਹਾਂ ਵਰਦਵਾਨਾ, ਜਿਨ੍ਹਾਂ ਨੂੰ ਸੰਗਤ ਰੂਪੀ ਜਹਾਜ਼ ਪ੍ਰਾਪਤ ਹੋ ਗਿਆ ਤੇ ਨਾਮ ਰੂਪੀ ਵਰਦਵਾਨ ਪ੍ਰਾਪਤ ਹੋ ਗਏ ਨੇ, ਤਹਿ ਕੋ ਪਾਵਹੁ ਤਰਹੁ ਸੁਖਾਰੀ, ਉਹ ਫਿਰ ਇਸ ਸੰਸਾਰ ਤੋਂ ਜਵਾਨੀ ਵਿੱਚ ਵੀ ਤਰ ਜਾਂਦੇ ਆ। ਸੌਖਿਆਂ ਹੀ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਰ ਲੈਂਦੇ ਨੇ, ਪਰ ਭਾਗਾਂ ਤੋਂ ਬਗੈਰ ਸਤਸੰਗ ਨਹੀਂ ਪ੍ਰਾਪਤ ਹੁੰਦੀ। ਕੋਲੇ ਬੈਠਾ ਵੀ ਰਹਿ ਜਾਂਦਾ, ਅਵੇਸਲਾ ਹੋ ਜਾਂਦਾ ਵੀ ਸਾਨੂੰ ਕੀ ਲੋੜ ਹੈ ਸਤਸੰਗ ਵਿੱਚ ਜਾਣ ਦੀ, ਅਸੀਂ ਤਾਂ ਬਹੁਤ ਗੁਣੀ ਗਿਆਨੀ, ਅਸੀਂ ਤਾਂ ਕੋਲੇ ਹੀ ਰਹਿੰਦੇ ਆ। ਉਹ ਕੋਲੇ ਬੈਠੇ ਖਾਲੀ ਦੇ ਖਾਲੀ ਰਹਿ ਜਾਂਦੇ ਨੇ, ਅਖੀਰ ਡੁੱਬ ਜਾਂਦੇ ਨੇ ਸੰਸਾਰ ਸਮੁੰਦਰ ਦੇ ਵਿੱਚ। ਆਨੰਦ ਪ੍ਰਾਪਤ ਪਾਰ ਕਰਾਰੇ, ਪਰ ਜਿਹੜੇ ਸਤਸੰਗ ਦੇ ਵਿੱਚ ਆ ਜਾਂਦੇ ਨੇ ਉਹਨਾਂ ਨੂੰ ਆਨੰਦ ਪ੍ਰਾਪਤ ਹੁੰਦਾ। ਕਰਾਰਾ ਕਹਿੰਦੇ ਨੇ ਕਿਨਾਰਾ,
ਉਹਨਾਂ ਨੂੰ ਪਾਰ ਦਾ ਕਿਨਾਰਾ ਪ੍ਰਾਪਤ ਹੋ ਜਾਂਦਾ ਹੈ। ਇਸ ਜਹਾਜ਼ ਬਿਨ ਪਾਰ ਨਾ ਪਾਵਹੁ। ਇਹ ਸਤਸੰਗ ਰੂਪੀ ਜਹਾਜ਼ ਤੋਂ ਬਗੈਰ ਸਮੁੰਦਰ ਤੋਂ ਪਾਰ ਨਹੀਂ ਪਾਇਆ ਜਾਣਾ। ਨਿਮਰ ਭਾਵ ਹਵੈ ਸੇਵ ਕਮਾਵਹੁ। ਨਿਮਰਤਾ ਧਾਰਨ ਕਰਕੇ, ਨਿਮਰਤਾ ਵਾਲੀ ਆਊ ਸਤਸੰਗ ਦੇ ਵਿੱਚ ਜਿਹਦੇ ਮਨ ਵਿੱਚ ਹੰਕਾਰ ਹੀ ਆ ਵੀ ਮੈਂ ਤਾਂ ਗੁਣੀ ਗਿਆਨੀ ਆ, ਤੇ ਉਹ ਕਿਵੇਂ ਆਵੇਗਾ? ਇਸ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨਿਮਰਤਾ ਧਾਰਨ ਕਰਕੇ ਸਤਸੰਗ ਦੇ ਵਿੱਚ ਆਉਣਾ ਕਰੋ। ਦੋਹਰਾ ਬਾਲ ਜੈਸ ਕੋ ਜੁਵਾ ਜਿਉ ਗਰਾਸ ਲੇਤ ਤਤਕਾਲ। ਇਹ ਜਵਾਨੀ ਦਾ ਸਮਾਂ ਦੱਸਿਆ। ਮਹਾਰਾਜ ਜੀ ਕਹਿੰਦੇ ਜਿਵੇਂ ਬਚਪਨ ਨੂੰ ਜਵਾਨੀ ਨੇ ਗਰਸ ਲਿਆ ਸੀ, ਪਹਿਲਾਂ ਬਚਪਨ ਦੱਸਿਆ ਸੀ, ਬਚਪਨ ਤੋਂ ਫਿਰ ਜਵਾਨੀ ਆ ਗਈ, ਜਿਵੇਂ ਜਵਾਨੀ ਬਚਪਨ ਨੂੰ ਗਰਸ ਲੈਂਦੀ ਹੈ, ਐਸੇ ਹੀ ਇਸ ਜੁਵਾ ਕੋ ਗਰਸ ਹੀ ਜਰਾ ਵਿਸਾਲ। ਐਸੇ ਤਰ੍ਹਾਂ ਜਵਾਨੀ ਵੀ 4 ਦਿਨਾਂ ਦੀ ਹੈ, ਇਹਨੂੰ ਵਡੇਪਾ ਜਿਹੜਾ ਆ ਕੇ ਗਰਸ ਲੈਂਦਾ ਹੈ, ਆਪਣੀ ਗ੍ਰਾਹੀ ਕਰ ਲੈਂਦਾ ਹੈ। ਚੌਪਈ ਜਰ ਜਰ ਪੂਤ ਦੇਹ ਅਹਵੈ ਜਾਹੀ। ਫਿਰ ਵਡੇਪੇ ਦੀ ਅਵਸਥਾ ਜਿਹੜੀ ਆ ਉਹ ਬੜੀ ਤਰਸਯੋਗ ਹੋ ਜਾਂਦੀ ਹੈ, ਜਰਜਰੀ ਦੀ ਹਾਲਤ ਹੋ ਜਾਂਦੀ ਹੈ, ਕਮਜ਼ੋਰ ਹੋ ਜਾਂਦਾ ਸਰੀਰ। ਬੁੱਧ ਖੀਣ ਨਹਿ ਨੈਣ ਦਿਸਾਹੀ। ਬੁੱਧੀ ਵੀ ਖੀਣੀ ਹੋ ਜਾਂਦੀ ਹੈ, ਬੁੱਧੀ ਵੀ ਕੰਮ ਨਹੀਂ ਕਰਦੀ, ਅੱਖਾਂ ਤੋਂ ਦਿਸਣੋਂ ਹਟ ਜਾਂਦਾ ਹੈ। ਕਰਨ ਨ ਸੁਨਹੀ ਸਿਰ ਤਬ ਕਾਂਪਾ। ਅੱਖਾਂ ਵਾਹਿਗੁਰੂ ਦੁਆਰਾ ਪੜਿਓ ਜੀ। ਕਰਨ ਨ ਸੁਨਹੀ ਸਿਰ ਤਬ ਕਾਂਪਾ। ਕੰਨਾਂ ਦੁਆਰਾ ਸੁਣਦਾ ਨਹੀਂ, ਸਿਰ ਕੰਬਣ ਲੱਗ ਜਾਂਦਾ ਹੈ। ਤ੍ਰਿਸ਼ਨਾ ਅਦਕ ਹੋਤ ਪ੍ਰਤਾਪਾ। ਤ੍ਰਿਸ਼ਨਾ ਜਿਹੜੀ ਆ ਉਹ ਬਹੁਤ ਜ਼ਿਆਦਾ ਵੱਧਦੀ ਜਾਂਦੀ ਹੈ। ਟੀਲੋ ਮਾਸ ਸੁੰਦਰਤਾ ਹਰਹੀ। ਮਾਸ ਢਿੱਲਾ ਹੋ ਜਾਂਦਾ ਹੈ, ਸੁੰਦਰਤਾ ਸਾਰੀ ਦੂਰ ਹੋ ਜਾਂਦੀ ਹੈ। ਜਿਉ ਤਰ ਕੋ ਕੁਣ ਸੁਖੇ ਕਰਹੀ। ਜਿਵੇਂ ਕਿਸੇ ਲੱਕੜ ਨੂੰ ਘੋਣਾ ਲੱਗ ਜਾਵੇ, ਉਸ ਨੂੰ ਖੋਖਲਾ ਕਰ ਦਿਆ ਕਰਦਾ ਹੈ। ਇਸਤਰੀ ਤਾਤ ਅਪਰ ਪਰਵਾਰਾ। ਘਰ ਵਾਲੀ, ਤਾਤ, ਬੱਚੇ ਤੇ ਜਿੰਨਾ ਹੋਰ ਪਰਿਵਾਰ ਹੈ, ਸਭ ਤਜ ਦੇਹ ਨਾ ਲਾਗੇ ਪਿਆਰਾ। ਉਹ ਸਾਰੀ ਇਸ ਦਾ ਤਿਆਗ ਕਰਦੇ ਨੇ। ਪੰਡਤ ਗੁਲਾਬ ਸਿੰਘ ਜੀ ਨੇ ਬੜਾ ਸੋਹਣਾ ਲਿਖਿਆ, ਜਬ ਜੋਬਨ ਥਾ ਸਭ ਪ੍ਰੀਤ ਕਰੇ, ਅਬ ਜਾਰਠ ਮਾਹੇ ਭਏ ਸਭ ਖਾਰੇ। ਜਾਰਠ ਵਡੇਪੇ ਨੂੰ ਕਹਿੰਦੇ ਨੇ। ਜਾਰਠ ਮਾਹੇ ਭਏ ਸਭ ਖਾਰੇ, ਸਾਰਿਆਂ ਨੂੰ ਖਾਰਾ ਖਾਰਾ ਜਿਹਾ, ਬੁਰਾ ਬੁਰਾ ਜਿਹਾ ਲੱਗਣ ਲੱਗ ਜਾਂਦਾ ਹੈ। ਜਰਾ ਦਿਸਾ ਮਹਿ ਖਾਸ ਸਿਆਰੀ। ਵਡੇਪਾ ਦੀ ਉਮਰ ਦੇ ਵਿੱਚ ਖਾਂਸੀ, ਖੰਘ ਜਿਹੜੀ ਹੈ, ਦੁਆਰਾ ਪੜੋ। ਜਰਾ ਨਿਸਾ ਮਹਿ ਖਾਂਸੀ ਸਿਆਰੀ। ਵਡੇਪੇ ਦੀ ਉਮਰ ਦੇ ਵਿੱਚ ਖਾਂਸੀ ਰੂਪੀ ਸਿਆਰੀ ਬਘਿਆੜੀ ਨੂੰ ਕਹਿੰਦੇ ਨੇ। ਬਘਿਆੜੀ ਦੇ ਸਮਾਨ ਖੰਘ ਦੀ ਬਿਮਾਰੀ ਜਿਹੜੀ ਹੈ ਛਿੜ ਪੈਂਦੀ ਹੈ। ਆਏ ਸ਼ਬਦ ਕਰਹਿ ਦੁਖਕਾਰੀ। ਬੜਾ ਦੁੱਖ ਦੇਣ ਵਾਲਾ ਸ਼ਬਦ ਕਰਦੀ ਹੈ। ਹਵੈ ਅਸਕਤ ਇਕ ਰੋਸ ਨ ਜਾਈ। ਸ਼ਕਤੀ ਹੁੰਦੀ ਨਹੀਂ, ਕੁਝ ਕਰਨ ਜੋਗਾ ਹੁੰਦਾ ਨਹੀਂ, ਪਰ ਗੁੱਸਾ ਜਿਹੜਾ ਉਹ ਵੱਧਦਾ ਜਾਂਦਾ ਹੈ ਦਿਨੋਂ ਦਿਨ। ਜਿਉ ਤਰ ਬੜੈ ਅਲੂਕ ਰਹਾਈ। ਜਿਵੇਂ ਬਹੁਤ ਕੋਈ ਦਰਖਤ ਪੁਰਾਣਾ ਹੋਵੇ, ਉਹਦੇ ਵਿੱਚ ਬਹੁਤ ਸਾਰੇ ਉੱਲੂ ਰਹਿਣ ਲੱਗ ਜਾਂਦੇ ਨੇ। ਆਏ ਜਰਾ ਜੈਸੇ ਬਗਿਆਰੀ। ਇੱਕ ਉਦਾਹਰਨ ਦਿੰਦੇ ਹੁੰਦੇ ਸੀ, ਮਹਾਂਪੁਰਖ ਡਾਕਟਰ ਦੇ ਕੋਲੇ ਗਿਆ ਸੀ ਬਜ਼ੁਰਗ ਕੋਈ। ਕਹਿਣ ਲੱਗੇ ਡਾਕਟਰ ਸਾਹਿਬ ਮੇਰਾ ਇਲਾਜ ਕਰੋ। ਕਹਿੰਦੇ ਬਾਪੂ ਜੀ ਦੱਸੋ ਕੀ ਗੱਲ ਹੈ? ਕਹਿਣ ਲੱਗੇ ਮੇਰੇ ਕੋਲੋਂ ਤੁਰਿਆ ਨਹੀਂ ਜਾਂਦਾ ਤੇ ਹੱਥ ਕੰਬਦੇ ਨੇ। ਕਹਿੰਦੇ ਬਾਪੂ ਜੀ ਵਡੇਪੇ ਦਾ ਕਾਰਨ ਹੈ। ਕਹਿੰਦੇ ਅੱਖਾਂ ਤੋਂ ਦਿਸਦਾ ਨਹੀਂ ਚੰਗੀ ਤਰ੍ਹਾਂ, ਕਹਿੰਦੇ ਵਡੇਪਾ ਹੈ। ਕੰਨਾਂ ਤੋਂ ਕਹਿੰਦੇ ਸੁਣਦਾ ਨਹੀਂ, ਕਹਿੰਦੇ ਵਡੇਪਾ ਹੈ। ਕਹਿੰਦੇ ਮੇਰਾ ਸਿਰ ਕੰਬੀ ਜਾਂਦਾ, ਕਹਿੰਦੇ ਵਡੇਪਾ ਹੈ। ਕਹਿੰਦੇ ਮੇਰੇ ਕੋਲੋਂ ਬੋਲਿਆ ਨਹੀਂ ਜਾਂਦਾ, ਕਹਿੰਦੇ ਵਡੇਪਾ। ਉਹ ਗੁੱਸਾ ਆ ਕੇ ਕਹਿਣ ਲੱਗਾ ਜਾ ਤੈਨੂੰ ਡਾਕਟਰ ਕਿਹਨੇ ਭੜੂਏ ਨੇ ਬਣਾਉਣਾ ਕਰਿਆ, ਜਿਹੜੀ ਗੱਲ ਕਹਿੰਦਾ ਵਡੇਪਾ ਵਡੇਪਾ। ਉਹ ਡਾਕਟਰ ਹੱਥ ਜੋੜ ਕੇ ਕਹਿਣ ਲੱਗਿਆ ਬਾਪੂ ਜੀ ਆਹ ਵੀ ਵਡੇਪਾ ਹੀ ਆ, ਜਿਹੜਾ ਗੁੱਸਾ ਹੈ ਵੀ ਵਡੇਪੇ ਦੇ ਕਾਰਨ ਆਉਂਦਾ ਹੈ। ਸੋ ਮਹਾਰਾਜ ਜੀ ਕਹਿੰਦੇ ਨੇ ਸਰੀਰ ਕਮਜ਼ੋਰ ਹੋ ਜਾਂਦਾ। ਅੰਨਾ ਬੋਲਾ ਪਿੰਗਲਾ ਤਨ ਥੱਕਾ ਮਨ ਦਹਿ ਦਿਸ ਧਾਵੈ। ਭਾਈ ਗੁਰਦਾਸ ਜੀ ਵੀ ਕਹਿੰਦੇ ਨੇ ਅੰਨਾ ਬੋਲਾ ਪਿੰਗਲਾ ਹੋ ਜਾਂਦਾ, ਅੱਖਾਂ ਤੋਂ ਦਿਸਣੋਂ ਹਟ ਜਾਂਦਾ, ਕੰਨਾਂ ਤੋਂ ਸੁਣਨੋਂ ਹਟ ਜਾਂਦਾ, ਪਿੰਗਲਾ ਪੈਰਾਂ ਤੋਂ ਤੁਰਨੋਂ ਅਸਮਰੱਥ ਰਹਿ ਜਾਂਦਾ, ਤਨ ਤਾਂ ਥੱਕ ਜਾਂਦਾ, ਪਰ ਮਨ ਜਿਹੜਾ ਦਸੇ ਦਿਸ਼ਾ ਵੱਲ ਇੱਧਰ ਉੱਧਰ ਬਹੁਤ ਜ਼ਿਆਦਾ ਦੌੜਦਾ ਫਿਰਦਾ ਹੈ। ਮ੍ਰਿਗ ਬਲ ਕੇ ਮ੍ਰਿਤ ਕਰਨੇ ਹਾਰੀ। ਮ੍ਰਿਗ ਰੂਪੀ ਬਲ ਨੂੰ ਹਰਨ ਦੇ ਵਾਸਤੇ ਆਈ ਜਰਾ ਜੈਸੇ ਬਗਿਆਰੀ। ਬਘਿਆੜੀ, ਜਿਵੇਂ ਬਘਿਆੜੀ ਜਿਹੜੀ ਹੈ ਉਹ ਮਿਰਗਾਂ ਨੂੰ ਮਾਰ ਦਿੰਦੀ ਹੈ, ਖਾ ਜਾਂਦੀ ਹੈ। ਐਸੇ ਤਰ੍ਹਾਂ ਦੁਆਰਾ ਪੰਕਤੀ ਪਿਛਲੀ ਪੜੋ ਜੀ ਹੁਣ।
ਆਏ ਜਰਾ ਜੈਸੇ ਬਗਿਆਰੀ। ਬਘਿਆੜੀ ਰੂਪੀ ਵਡੇਪਾ ਜਿਹੜਾ ਆਉਂਦਾ ਹੈ ਉਹ ਬਲ ਰੂਪੀ ਮਿਰਗਾਂ ਨੂੰ ਖਤਮ ਕਰ ਦਿੰਦਾ, ਬਲ ਸਭ ਖਤਮ ਹੋ ਜਾਂਦਾ ਹੈ। ਸਭ ਵਿਦ ਦੀਨ ਕਰਤ ਹੈ ਸੋਈ। ਹਰ ਤਰੀਕੇ ਅਨੁਸਾਰ ਇਸ ਨੂੰ ਦੀਨ ਕਰ ਦਿੰਦਾ, ਆਜਿਜ਼ ਕਰ ਦਿੰਦਾ ਹੈ। ਦੇਖ ਹਸੀ ਠਾਨੈ ਸਭ ਕੋਈ। ਸਾਰੇ ਦੇਖ ਕਰਕੇ ਇਹਦਾ ਹਾਸਾ ਕਰਦੇ ਨੇ, ਮਖੌਲ ਕਰਦੇ ਆ। ਰੋਗਨ ਕੀ ਜਰਜਰਾ ਪਛਾਨਹੁ। ਜਰਾ ਵਡੇਪੇ ਨੂੰ ਕਹਿੰਦੇ, ਵਡੇਪਾ ਜਿਹੜਾ ਰੋਗਾਂ ਦੀ ਜੜ ਜਾਣਨੀ ਕਰੋ। ਸਰਬ ਦੁਖਨ ਕਾ ਸਦਰ ਪਰਮਾਨਹੁ। ਸਾਰੇ ਦੁੱਖਾਂ ਦਾ ਘਰ ਜਾਣ ਲਵੋ ਇਸ ਨੂੰ। ਸੇਤ ਕੇਸ ਹੋਵਹੁ ਸਭ ਠੋਰਾ। ਜਿਹੜੇ ਕੇਸ ਹਨ, ਵਾਲ ਜਿਹੜੇ ਉਹ ਚਿੱਟੇ ਰੰਗ ਦੇ ਹੋ ਜਾਂਦੇ ਆ। ਮਨਹੁ ਜਰਾ ਪਰ ਝੂਲਤ ਚੋਰਾ। ਮਾਨੋ ਵਡੇਪੇ ਦੇ ਉੱਪਰ ਚੌਰ ਝੂਲਦਾ, ਜਿਵੇਂ ਗੁਰੂ ਮਹਾਰਾਜ ਦੇ ਚੌਰ ਕਰਦੇ ਨਾ, ਚਿੱਟੇ ਰੰਗ ਦਾ ਹੁੰਦਾ ਹੈ। ਐਸੇ ਤਰ੍ਹਾਂ ਚਿੱਟੇ ਵਾਲ ਨੇ ਜਿਹੜੇ ਉਹ ਮਾਨੋ ਵਡੇਪੇ ਦੇ ਉੱਪਰ ਚੌਰ ਕਰਦੇ ਆ। ਕਿਥੋ ਜਰਾ ਕੇ ਦੂਤ ਅਗਾਰੀ। ਜਾਂ ਐ ਸਮਝ ਲਓ ਵੀ ਵਡੇਪੇ ਦੇ ਜਿਹੜੇ ਇਹ ਚਿੱਟੇ ਵਾਲ ਆਉਂਦੇ ਨੇ, ਇਹ ਧਰਮ ਰਾਜੇ ਦੇ ਦੂਤ ਆ ਕੇ ਸੁਨੇਹਾ ਦਿੰਦੇ ਆ। ਨਿਜ ਬਸ ਦੇਹ ਕਰਿਓ ਚਹਿ ਸਾਰੀ। ਆਪਣੇ ਬਸ ਵਿੱਚ ਕਰਨਾ ਚਾਹੁੰਦੇ ਨੇ ਸਰੀਰ ਨੂੰ ਉਹ ਦੂਤ ਆ ਕਰਕੇ। ਮਨਹੁ ਕਾਲ ਕੋ ਆਏ ਸੰਦੇਸਾ। ਆ ਕਰਕੇ ਕਾਲ ਦਾ ਵੀ ਹੁਣ ਤਿਆਰ ਹੋ ਜਾ, ਮੌਤ ਆਉਣ ਵਾਲੀ ਹੈ, ਸੁਨੇਹਾ ਦਿੰਦੇ ਹਨ। ਰੂਪ ਵਿਦਾਰਨ ਪੇਸਤ ਕੇਸਾ। ਰੂਪ ਜਿਹੜਾ ਹੈ ਬਦਾਰ, ਉਹ ਰੂਪ ਸੋਹਣਾ ਸੁੰਦਰ ਰੂਪ ਜਿਹੜਾ ਸੀ ਨਾਸ ਹੋ ਜਾਂਦਾ, ਚਿੱਟੇ ਵਾਲ ਹੋ ਜਾਂਦੇ ਆ। ਪੁਨ ਤਤਕਾਲ ਗਰਸੈ ਮਿਰਤ ਆਹੀ। ਉਸ ਤੋਂ ਬਾਅਦ ਫਿਰ ਬੜੀ ਜਲਦੀ ਆ ਕਰਕੇ ਮੌਤ ਗ੍ਰਸ ਲੈਂਦੀ ਹੈ। ਮਹਾ ਕਸ਼ਟ ਤਹਿ ਛਿਨ ਨਰ ਪਾਈ। ਉਸ ਸਮੇਂ ਬੜਾ ਦੁਖੀ ਹੁੰਦਾ ਹੈ ਜੀਵ। ਤਿਸ ਤੇ ਉਬਰ ਸਕੈ ਨਹਿ ਕੋਈ। ਕਿਸੇ ਤਰੀਕੇ ਅਨੁਸਾਰ ਮੌਤ ਦੇ ਕੋਲੋਂ ਬਚ ਹੀ ਨਹੀਂ ਸਕਦਾ ਇਹ। ਖਾਏ ਮਹਾਬਲੀ ਥੇ ਸੋਈ। ਜਿਹੜੇ ਵੱਡੇ ਵੱਡੇ ਬਲੀ ਸਨ, ਬਲਵਾਨ ਸਨ, ਉਹਨਾਂ ਨੂੰ ਵੀ ਆਪਣੇ ਗਰਸ ਲਿਆ ਹੈ ਮੌਤ ਨੇ। ਅੰਜਲ ਕੇ ਜਲ ਸਮਵਿਆ ਇਹੀ। ਜਿਹੜੀ ਵਡੇਪਾ ਹੈ ਜਾਂ ਸਾਰੀ ਜਿਹੜੀ ਉਮਰ ਹੈ, ਇੱਕ ਜਿਵੇਂ ਬੁੱਕ ਦੇ ਵਿੱਚ ਆਪਾਂ ਪਾਣੀ ਪਾ ਲੈਂਦੇ, ਕਿੰਨਾ ਕੁ ਚਿਰ ਰਹੂਗਾ, ਉਹ ਸਾਰਾ ਖਤਮ ਹੋ ਜਾਂਦਾ ਹੈ। ਇਸ ਤਰ੍ਹਾਂ ਸਾਰੀ ਉਮਰ ਅੰਜਲ ਦੇ ਬੁੱਕ ਦੇ ਪਾਣੀ ਦੀ ਤਰ੍ਹਾਂ ਹੀ ਹੈ। ਠਹਿਰਤ ਨਹਿ ਛਿਨ ਪੰਗਰ ਦੇਹੀ। ਜਿਹੜੀ ਸਰੀਰ ਹੈ ਭੰਗਰ ਦੇ ਹੀ ਨਾਸ ਹੋਣ ਵਾਲੀ ਹੈ, ਠਹਿਰਦੀ ਨਹੀਂ ਹੈ। ਜੁਗਤ ਬਿਕਾਰ ਅਵਸਥਾ ਤੀਨੋ। ਤਿੰਨੇ ਅਵਸਥਾ, ਬਚਪਨ, ਜਵਾਨੀ ਤੇ ਵਡੇਪਾ, ਤਿੰਨੇ ਵਸਤ ਵਕਾਰ, ਬੇਕਾਰ, ਜਿਹੜੇ ਕਿਸੇ ਵੀ ਕੰਮ ਨਹੀਂ, ਐਸੇ ਵਕਾਰ ਪੈਦਾ ਹੁੰਦੇ ਆ। ਬੀਤਹਿ ਜੇ ਹਰ ਕੇ ਸਿਮਰਨ ਹੀਨੋ। ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਤੋਂ ਬਗੈਰ ਐਵੇਂ ਬਤੀਤ ਕਰ ਲੈਂਦਾ ਜੀਵ। ਨਿਜ ਕਲਿਆਣ ਚਾਹਤ ਹੈ ਸੇ ਜੇਈ। ਪਰ ਜਿਹੜਾ ਭਾਈ ਆਪਣਾ ਕਲਿਆਣ, ਆਪਣਾ ਭਲਾ ਚਾਹੁੰਦਾ ਹੈ, ਸਤ ਸੰਗਤ ਮਹਿ ਮਿਲਹਿ ਤੇਈ। ਉਹ ਫਿਰ ਸਤ ਸੰਗਤ ਦੇ ਵਿੱਚ ਆ ਕਰਕੇ ਮਿਲ ਜਾਂਦੇ ਆ। ਉਹਨਾਂ ਨੂੰ ਸੋਝੀ ਆ ਜਾਂਦੀ ਹੈ ਵੀ ਸਤ ਸੰਗਤ ਵਿੱਚ ਚੱਲੀਏ। ਤਨ ਕੇ ਬਚਨ ਸੁਨਹਿ ਉਰ ਮਾਨਹਿ। ਉਹ ਸੰਗਤ ਚ ਆ ਕਰਕੇ ਫਿਰ ਬਚਨ ਸੁਣਦੇ ਨੇ, ਗੁਰੂ ਦੇ ਬਚਨ ਸੁਣਦੇ ਨੇ। ਆ ਜਿਹੜੀ ਕਥਾ ਵੀ ਹੈ, ਇਹ ਵੀ ਗੁਰੂ ਦੇ ਬਚਨ ਹੀ ਸੁਣਾਏ ਜਾਂਦੇ ਨੇ। ਪਹਿਲਾਂ ਸੁਣ ਲੈਂਦੇ ਨੇ, ਫਿਰ ਮੰਨ ਲੈਂਦੇ ਆ। ਕਰਤ ਨਿਆਸਨ ਅਨੰਦ ਸੁਠਾਨਹਿ। ਤਿੰਨ ਅਭਿਆਸਨ ਉਹ ਤੇ ਅਮਲ ਕਰਦੇ ਨੇ, ਫਿਰ ਆਨੰਦ ਪ੍ਰਾਪਤ ਹੁੰਦਾ ਹੈ। ਦ੍ਰਿੜ ਅਭਿਆਸ ਹੋਏ ਹੈ ਜਬਹੀ। ਜਦੋਂ ਫਿਰ ਦ੍ਰਿੜ ਅਭਿਆਸ, ਪੂਰਨ ਅਭਿਆਸ ਹੋ ਜਾਂਦਾ ਹੈ, ਨਿਜ ਸਰੂਪ ਸਕਿਆਤ ਸੋ ਤਬਹੀ। ਆਪਣਾ ਅਸਲ ਸਰੂਪ ਜਿਹੜਾ ਹੈ ਉਹ ਫਿਰ ਸਖਿਆਤ ਪ੍ਰਗਟ ਹੋ ਜਾਂਦਾ ਵੀ ਮੇਰਾ ਕੀ ਸਰੂਪ ਹੈ। ਸਰੀਰ ਤਾਂ ਨਾਸਵੰਤ ਹੈ, ਇਹਨੇ ਤਾਂ ਰਹਿਣਾ ਕੋਈ ਨਹੀਂ। ਅਸਲ ਆਤਮਾ ਹੈ, ਮਨ ਤੋਂ ਜੋਤ ਸਰੂਪ ਹੈ, ਉਹ ਪ੍ਰਗਟ ਹੋ ਜਾਂਦੀ ਹੈ ਸੰਗਤ ਕਰਦਿਆਂ। ਏਕ ਰੂਪ ਸਭ ਸ੍ਰੀ ਨਿਰੰਕਾਰਾ। ਉਹ ਨਿਰੰਕਾਰ ਵਾਹਿਗੁਰੂ ਜਿਹੜਾ ਇੱਕ ਰੂਪ ਹੈ। ਮਨ ਕਲਪਨ ਤੇ ਜਗਤ ਅਪਾਰਾ। ਉਹ ਆਪਣੇ ਸਰੂਪ ਨੂੰ ਜਾਣ ਲੈਂਦਾ ਹੈ ਤੇ ਸੰਸਾਰ ਜਿਹੜਾ ਹੈ ਮਨ ਦੀਆਂ ਕਲਪਨਾ ਕਰਕੇ ਸੰਸਾਰ ਬਣ ਜਾਂਦਾ ਹੈ। ਜਿਤ ਤਿਤ ਦੇਖਿਓ ਏਕ ਗੁਸਾਈ। ਫੇਰ ਸੰਗਤ ਕਰਦੇ ਕਰਦੇ ਜਿੱਥੇ ਕਿਤੇ ਉਸ ਵਾਹਿਗੁਰੂ ਨੂੰ ਹੀ ਦੇਖਣ ਲੱਗ ਜਾਂਦਾ ਜੀਵ। ਰਾਗ ਦਵੈਖ ਸਹਜੇ ਮਿਟ ਜਾਈ। ਰਾਗ ਦਵੈਸ, ਇੱਕ ਨਾਲ ਪ੍ਰੇਮ ਕਰਨਾ, ਇੱਕ ਨਾਲ ਈਰਖਾ ਕਰਨੀ, ਉਹ ਸਾਰਾ ਫਿਰ ਦੂਰ ਹੋ ਜਾਂਦਾ। ਸਾਰਿਆਂ ਨੂੰ ਇੱਕ ਬਰਾਬਰ ਪਰਮੇਸ਼ਰ ਦਾ ਰੂਪ ਜਾਣਨ ਲੱਗ ਜਾਂਦਾ ਹੈ। ਤੇ ਨਰ ਪਾਰ ਪਰੇ ਦੁਖ ਸਾਗਰ। ਉਹ ਜਿਨ੍ਹਾਂ ਨੇ ਇਹ ਗੱਲ ਜਾਣ ਲਈ, ਜਿਹੜੇ ਸਤਸੰਗ ਕਰਦੇ ਨਿਧਿਆਸਨ ਕਰਦੇ ਆ, ਅਮਲ ਕਰਦੇ ਆ, ਉਹ ਫਿਰ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਆ। ਸਭ ਸਿਰਤਾਜ ਸੇ ਹੋਏ ਉਜਾਗਰ। ਪ੍ਰਗਟ ਹੀ ਉਹ ਸਾਰਿਆਂ ਦੇ ਸਰਤਾਜ, ਆਗੂ ਹੋ ਜਾਂਦੇ ਨੇ। ਦੁਨੀਆ ਉਹਨਾਂ ਨੂੰ ਸੀਸ ਝੁਕਾਉਂਦੀ ਹੈ। ਜੇ ਤਨ ਧਨ ਹੰਕਾਰ ਵਸੰਤੇ। ਜਿਹੜੇ ਸਰੀਰ ਦੇ ਹੰਕਾਰ ਵਿੱਚ ਫਸ ਜਾਂਦੇ ਆ, ਸੇ ਕਬ ਰੰਚਕ ਸੁਖ ਨ ਲਹੰਤੇ। ਥੋੜਾ ਰਤੀ ਪਰ ਵੀ ਸੁੱਖ ਪ੍ਰਾਪਤ ਨਹੀਂ ਹੁੰਦਾ, ਦੁੱਖਾਂ ਦੇ ਵਿੱਚ ਹੀ ਰਹਿੰਦੇ, ਦਿਨ ਰਾਤ ਦੁਖੀ ਹੋਈ ਜਾਂਦੇ ਆ। ਦੇਹ ਦਸਾ ਵਿਕਾਰ ਜੁਤ ਜੈ।
ਜੈਸੀ। ਸਰੀਰ ਜਿਹੜਾ ਹੈ ਵਿਕਾਰਾਂ ਦੇ ਸਮੇਤ ਹੈ। ਪਾਛੈ ਵਰਣਨ ਕੀਨੀ ਉਹ ਤੈਸੀ। ਸਾਰੀ ਪਿੱਛੇ ਵਰਣਨ ਕਰ ਦਿੱਤੀ ਹੈ ਤਿੰਨੇ ਅਵਸਥਾ। ਤਨ ਮਹਿ ਸੁਖ ਨਹਿ ਸੋ ਸੁਨ ਲੀਜੈ। ਬਾਕੀ ਹੁਣ ਸੁਣ ਲਓ, ਮਹਾਰਾਜ ਜੀ ਕਹਿੰਦੇ ਧਨ ਦੇ ਵਿੱਚ ਵੀ ਸੁੱਖ ਨਹੀਂ ਹੈ। ਅਦਕ ਹੋਏ ਤਿਉ ਅਦਕਤ ਪੀਜੈ। ਜਿੰਨਾ ਜ਼ਿਆਦਾ ਧਨ ਹੁੰਦਾ ਜਾਂਦਾ ਉਨਾ ਜ਼ਿਆਦਾ ਤਪੀ ਜਾਂਦਾ ਹੈ। ਜਾਤ ਤਪਰਾਨਨ ਕਸ਼ਟ ਮਹਾਨਾ। ਜਦੋਂ ਧਨ ਜਾਂਦਾ ਹੈ ਫਿਰ ਪ੍ਰਾਨਾਂ ਦਾ ਕਸ਼ਟ ਹੁੰਦਾ। ਫਿਰ ਕਈ ਵਾਰੀ ਧਨ ਦੇ ਜਾਣ ਦੇ ਨਾਲ ਹੀ ਮੌਤ ਹੋ ਜਾਂਦੀ ਹੈ। ਰਖਿਆ ਵਿਖੈ ਨੀਤ ਦੁਖ ਠਾਨਾ। ਧਨ ਦੀ ਰੱਖਿਆ ਕਰਨ ਦੇ ਵਾਸਤੇ ਬੜਾ ਦੁਖੀ ਹੋਣਾ ਪੈਂਦਾ ਹੈ। ਭੂਪਤ ਤਸਕਰ ਕੋ ਪੈ ਕਰਕੈ। ਰਾਜੇ ਦਾ ਡਰ ਵੀ ਟੈਕਸ ਨਾ ਲੱਗ ਜਾਵੇ। ਚੋਰਾਂ ਦਾ ਡਰ ਹੁੰਦਾ, ਚੋਰ ਆ ਕੇ ਚੋਰੀ ਨਾ ਕਰ ਲੈਣ। ਰਾਖਤ ਹੈ ਦੁਰਾਈ ਵਿੱਚ ਕਰਕੈ। ਘਰ ਦੇ ਵਿੱਚ ਲੁਕੋ ਲੁਕੋ ਕੇ ਧਨ ਨੂੰ ਰੱਖਦਾ ਹੈ। ਮਿਰਤ ਭਏ ਕਾਜ ਨਾ ਕਿਸ ਆਈ। ਜਦੋਂ ਮਰ ਗਿਆ ਉਦੋਂ ਬਾਅਦ ਫਿਰ ਕਿਸੇ ਵੀ ਕੰਮ ਨਾ ਆਇਆ, ਧਨ ਪਿਆ ਹੀ ਰਹਿ ਗਿਆ। ਸਰਪਦ ਹੈ ਤਹਿ ਹਿਤ ਤੇ ਪਾਈ। ਫਿਰ ਉਹ ਧਨ ਵਿੱਚ ਖਿਆਲ ਰਹਿ ਜਾਂਦਾ, ਸੱਪ ਦੀ ਜੂਨੀ ਧਾਰਨ ਕਰ ਲੈਂਦਾ। ਤਾਂ ਤੇ ਸਰਬ ਅਸਾਰ ਲਿਖੀਜੈ। ਇਸ ਕਰਕੇ ਮਹਾਰਾਜ ਜੀ ਕਹਿਣ ਲੱਗੇ ਧਨ ਨੂੰ ਵੀ ਅਸਾਰ ਵਿਅਰਥ ਜਨਨਾ ਕਰੋ। ਸਿਮਰਨ ਸਾਰ ਏਕ ਪ੍ਰਭ ਕੀਜੈ। ਹਾਂ, ਦੁਨਿਆਵੀ ਕੰਮ ਸਾਰਨ ਵਾਸਤੇ ਆਈ ਚਾਈ ਚਲਾਉਣ ਵਾਸਤੇ ਉਹਨੂੰ ਚਲਾਈ ਜਾਵੇ। ਇੱਕੋ ਇੱਕ ਪਰਮੇਸ਼ਰ ਦਾ ਨਾਮ ਸਿਮਰਨ ਦਾ ਧਨ ਇਕੱਠਾ ਕਰੇ। ਜੀਵਤ ਮਿਰਤਕ ਮਰੈ ਨਹਿ ਸੇਈ। ਜਿਹੜੇ ਜਿਉਂਦਿਆਂ ਮਰ ਜਾਂਦੇ ਨੇ ਉਹ ਦੁਬਾਰਾ ਨਹੀਂ ਮਰਿਆ ਕਰਦੇ। ਆਨੰਦ ਮਗਨ ਹੋਤ ਹੈ ਤੇਈ। ਉਹ ਆਨੰਦ ਦੇ ਵਿੱਚ ਐਨ ਮਗਨ, ਇੱਕ ਰਸ ਮਗਨ ਰਹਿੰਦੇ ਹਨ। ਜਿਉ ਜਲ ਵਿਖੈ ਡੂਬ ਕੇ ਤਰਹੀ। ਜਿਵੇਂ ਪਾਣੀ ਦੇ ਵਿੱਚ ਕੋਈ ਪਹਿਲਾਂ ਤਰਦਾ ਹੈ, ਪਾਣੀ ਉਹਨੂੰ ਡੋਬਦਾ ਹੈ। ਜਿਹੜਾ ਡੁੱਬ ਜਾਂਦਾ ਹੈ ਉਹਨੂੰ ਫਿਰ ਤਰਨ ਦੀ ਲੋੜ ਨਹੀਂ, ਆਪਣੇ ਆਪ ਉੱਪਰ ਆ ਜਾਂਦਾ ਹੈ। ਬਹੁਰ ਨ ਡੂਬਨ ਸੰਸਾ ਕਰਹੀ। ਉਹਦਾ ਡੁੱਬਣ ਦਾ ਕੋਈ ਸੰਸਾ ਨਹੀਂ ਹੋਇਆ ਕਰਦਾ। ਸਾਗਰ ਆਦਿਕ ਜਲ ਮੈਂ ਜਲ ਜਹਤਾਈ। ਉਹ ਭਾਵੇਂ ਨਦੀਆਂ ਵਿੱਚ ਚਲਿਆ ਜਾਵੇ, ਭਾਵੇਂ ਸਮੁੰਦਰ ਦੇ ਵਿੱਚ ਚਲਿਆ ਜਾਵੇ, ਰਹਿ ਤਰਤ ਤਿਉ ਜਾਨਹੁ ਪਾਈ। ਤਰਦਾ ਹੀ ਰਹਿੰਦਾ। ਐਸੇ ਤਰ੍ਹਾਂ ਜਾਣਨਾ ਕਰੋ, ਜਿਹੜਾ ਜੀਵਤ ਮ੍ਰਿਤਕ ਹੋ ਜਾਂਦਾ ਹੈ, ਆਤਮਾ ਨਾਲ ਜੁੜ ਜਾਂਦਾ, ਉਹਨੂੰ ਮੌਤ ਦਾ ਡਰ ਨਹੀਂ ਹੋਇਆ ਕਰਦਾ। ਹੋਮੈ ਖੋਏ ਨਾਮ ਲਿਵ ਲਾਭੋ। ਇਸ ਕਰਕੇ ਸਾਧ ਸੰਗਤ ਗੁਰਮੁਖੋ ਗੁਰਸਿੱਖੋ, ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਹਉਮੈ ਦਾ ਤਿਆਗ ਕਰਕੇ ਨਾਮ ਵਿੱਚ ਲਿਵ ਲਾਉਣੀ ਕਰੋ। ਮਨ ਤੇ ਤ੍ਰਿਸ਼ਨਾ ਦਵੈਤ ਮਿਟਾਵੋ। ਮਨ ਦੇ ਜੋ ਤ੍ਰਿਸ਼ਨਾਵਾਂ ਤੇ ਦਵੈਸ ਜਿਹੜੀ ਈਰਖਾ ਖਤਮ ਕਰ ਦਿਓ। ਆਤਮ ਰਾਮ ਲਖੋ ਪਲ ਪਾਂਤਾ। ਆਤਮ ਰਾਮ ਜੋ ਅਸਲ ਆਤਮਾ ਹੈ ਉਸ ਨੂੰ ਚੰਗੀ ਤਰ੍ਹਾਂ ਜਾਣਨਾ ਕਰੋ। ਪਾਭੋ ਆਨੰਦ ਹੋਏ ਸੁਖ ਆਤਾ। ਆਨੰਦ ਪ੍ਰਾਪਤ ਕਰੋ, ਬਹੁਤ ਜ਼ਿਆਦਾ ਸੁਖ ਹੋਵੇਗਾ। ਜੇ ਪਰਿਵਾਰ ਕੇ ਮੋਹ ਬੰਦਾਨੇ। ਜਿਹੜੇ ਪਰਿਵਾਰ ਦੇ ਮੋਹ ਵਿੱਚ ਬੰਦੇ ਰਹਿੰਦੇ ਆ, ਤਿੰਨ ਕੋ ਲਖੋ ਮਹਾ ਅਗਿਆਨੇ। ਉਹਨਾਂ ਨੂੰ ਬਹੁਤ ਵੱਡੇ ਅਗਿਆਨੀ ਮੂਰਖ ਜਾਣਨਾ ਕਰੋ। ਆਪਣੇ ਸੁਤ ਬਨਤਾ ਪਿਤ ਮਾਤਾ। ਇਹ ਮੇਰੇ ਪੁੱਤਰ ਹਨ, ਘਰ ਵਾਲੀ ਹੈ, ਮਾਤਾ ਪਿਤਾ ਹਨ। ਜਾਨਹਿ ਹਿਤਕਾਰੀ ਬਿਨ ਗਿਆਤਾ। ਬਗੈਰ ਗਿਆਨ ਤੋਂ ਉਹਨਾਂ ਨੂੰ ਹਿਤਕਾਰੀ ਜਾਣਦੇ ਨੇ ਵੀ ਸਾਡੇ ਭਲਾ ਕਰਦੇ ਆ, ਸਾਨੂੰ ਸੁੱਖ ਦੇਣਗੇ। ਬਾਰ ਬਾਰ ਜਨਮ ਹੈ ਜਗ ਮਾਹੀ। ਉਹਨਾਂ ਕਰਕੇ ਫਿਰ ਸੰਸਾਰ ਵਿੱਚ ਬਾਰ-ਬਾਰ ਜੰਮਦੇ ਤੇ ਮਰਦੇ ਰਹਿੰਦੇ ਆ। ਸਭ ਹੀ ਜਨਮ ਕੁਟੰਬ ਅਸ ਆਹੀ। ਇਸ ਤਰੀਕੇ ਅਨੁਸਾਰ ਕਦੇ ਪਿਓ ਬਣ ਗਿਆ, ਕਦੇ ਪੁੱਤ ਬਣ ਗਿਆ, ਇਹ ਜੰਮਣ ਮਰਨ ਦੇ ਚੱਕਰ ਵਿੱਚ ਪੈ ਜਾਂਦਾ ਹੈ। ਕਰਹਿ ਅਨਕ ਬਨਤਾ ਸੁਤ ਤਾਤਾ। ਅਨੇਕਾਂ ਜਨਮ ਧਾਰਨ ਕਰਦਾ, ਕਦੇ ਘਰ ਵਾਲੀ ਬਣ ਜਾਂਦਾ, ਕਦੇ ਘਰ ਵਾਲਾ ਬਣ ਜਾਂਦਾ, ਕਦੇ ਪੁੱਤਰ ਬਣ ਜਾਂਦਾ, ਕਦੇ ਪਿਓ ਬਣ ਜਾਂਦਾ ਹੈ। ਨਾਨਕ ਦਾਤਕ ਅਨਕ ਸੋ ਮਾਤਾ। ਨਾਨਕੇ ਦਾਦਕੇ ਅਨੇਕਾਂ ਇਹੋ ਜਿਹੇ ਰੂਪ ਧਾਰਨ ਕਰਦਾ ਹੈ। ਸਭ ਕੋ ਛੋਰ ਛੋਰ ਚਲ ਜਾਈ। ਸਾਰਿਆਂ ਨੂੰ ਛੱਡ ਕਰਕੇ ਫਿਰ ਚਲਿਆ ਜਾਂਦਾ ਸੰਸਾਰ ਤੋਂ। ਕਿਤਹੁ ਮਰੈ ਨਾ ਕਿਤਹੁ ਜਾਈ। ਕਿਤੇ ਮਰਦਾ ਤੇ ਕਿਤੇ ਦਾ ਕਿਤੇ ਹੀ ਚਲਿਆ ਜਾਂਦਾ ਹੈ। ਬਹੁਰ ਨ ਕਬਹੁ ਆਨ ਸਮਹਾਰੇ। ਆ ਕਰਕੇ ਦੁਬਾਰਾ ਇੱਕ ਵਾਰੀ ਮਰ ਗਿਆ, ਦੁਬਾਰਾ ਕਦੇ ਨਹੀਂ ਆ ਕੇ ਸੰਭਾਲ ਕਰਦਾ ਆਪਣੇ ਬੱਚਿਆਂ ਦੀ। ਫਿਰ ਚਹਿਤ ਨ ਵਿਛਰੇ ਹੋਤੀ ਜੇ ਪਿਆਰੇ। ਜਿਹੜੇ ਪਿਆਰ ਵਾਲੇ ਨੇ ਉਹ ਵਿਛੜਨਾ ਨਹੀਂ ਚਾਹੁੰਦੇ, ਉਹ ਫਿਰ ਧਾਹਾਂ ਮਾਰ ਮਾਰ ਰੋਂਦੇ ਆ। ਸੰਬੰਧਨ ਨੌਕਾ ਸਮ ਮੇਲਾ। ਸੰਬੰਧੀਆਂ ਦਾ, ਪਰਿਵਾਰ ਦਾ ਜਿਹੜਾ ਮਿਲਾਪ ਹੈ ਉਹ ਤਾਂ ਕਿਸ਼ਤੀ ਦੇ ਸਮਾਨ ਹੈ। ਜਿਵੇਂ ਕਿਸ਼ਤੀ ਵਿੱਚ ਬੈਠੇ ਹੋਏ ਆ, ਉਦੋਂ ਇਕੱਠ ਹੈ, ਉਦੋਂ ਬਾਅਦ ਉਤਰ ਕੇ ਕੋਈ ਕਿਧਰੇ ਨੂੰ ਚਲੇ ਗਿਆ, ਕੋਈ ਕਿਧਰੇ ਨੂੰ ਚਲਿਆ ਗਿਆ ਹੈ। ਕਰੈ ਮੋਹ ਬੋਇ ਹੋਏ ਦੁਹਿਲਾ। ਜਿਹੜਾ ਮੋਹ ਕਰਦਾ ਹੈ ਉਹ ਬੜਾ ਦੁਖੀ ਹੋਇਆ ਕਰਦਾ ਹੈ। ਭਵੈ ਨਿਰਮੋਹ ਰਹੋ ਸਭ ਮਾਹੀ। ਇਸ ਕਰਕੇ ਨਿਰਮੋਹ, ਮੋਹ ਤੋਂ ਰਹਿਤ ਹੋ ਕਰਕੇ ਰਹੋ ਸਾਰਿਆਂ ਦੇ ਵਿੱਚ ਹੀ। ਅੰਤ ਨ ਕੋਇ ਸੰਗ ਨਿਰਬਾਹੀ। ਅੰਤ ਦੇ ਸਮੇਂ ਕਿਸੇ ਨੇ ਨਾਲ ਸਾਥ ਨਹੀਂ ਨਿਭਾਉਣਾ। ਜੇ ਸਤ ਸੰਗਤ ਕਰੋ ਸੁਪ੍ਰੀਤੀ। ਜੇ ਪਿਆਰ ਦੇ ਨਾਲ ਭਾਈ ਸਤਸੰਗ ਕਰੋਗੇ,
ਇਤ ਉਤ ਸੋ ਨਿਰਭੈ ਹੈ ਨੀਤੀ। ਇੱਥੇ ਉੱਥੇ ਐਸ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਨਿਰਭਾ ਹੋਵੇਗਾ। ਤਨ ਹੰਤਾ ਕੋ ਸਰਬ ਮਿਟਾਈ। ਸਰੀਰ ਦਾ ਹੰਕਾਰ ਸਾਰਾ ਦੂਰ ਕਰ ਦਿਓ। ਨਿਜ ਸਰੂਪ ਲਖ ਸੁਭਗਤ ਪਾਈ। ਆਪਣੇ ਆਤਮਾ ਸਰੂਪ ਨੂੰ ਜਾਣ ਕਰਕੇ ਸ੍ਰੇਸ਼ਟ ਗਤੀ ਦੀ ਪ੍ਰਾਪਤੀ ਕਰੋ। ਨਿਤ ਪ੍ਰਤ ਇਸ ਪ੍ਰਕਾਰ ਗੁਣ ਖਾਨੀ। ਉਪਦੇਸ ਹੈ ਸਿੱਖਨ ਸੁਖ ਹਰ ਰੋਜ਼ ਸਾਨੀ। ਸਤਿਗੁਰੂ ਮਹਾਰਾਜ ਜੀ ਇਸ ਤਰ੍ਹਾਂ ਸਿੱਖਾਂ ਨੂੰ ਉਪਦੇਸ਼ ਦਿੰਦੇ ਆ। ਆਤਮ ਮਿਲਿਓ ਅਨਾਤਮ ਮਾਹੀ। ਆਤਮਾ ਜਿਹੜਾ ਹੈ ਸਰੀਰ ਦੇ ਵਿੱਚ ਨਾਲ ਮਿਲਿਆ ਹੋਇਆ ਹੈ। ਤਿਨ ਕੋ ਪਿੰਨ ਪਿੰਨ ਦਿਲ ਦਿਖਲਾਹੀ। ਉਸ ਨੂੰ ਭਿੰਨ ਕਰਕੇ ਸਰੀਰ ਹੋਰ ਹੈ ਆਤਮਾ ਹੋਰ ਹੈ ਇਸ ਤਰ੍ਹਾਂ ਦਿਖਾਉਂਦੇ ਆ। ਨਿਰਣੈ ਸਤ ਅਸਤ ਕੋ ਕਰਹੀ। ਝੂਠ ਦੇ ਸੱਚ ਦਾ ਨਿਰਣਾ ਕਰਾਉਂਦੇ ਆ। ਅੰਤਾ ਮਮਤਾ ਸਭ ਪਰ ਹਰਿਹੀ। ਇਸ ਕਰਕੇ ਹੰਗਤਾ ਤੇ ਮਮਤਾ ਮੋਹ ਜਿਹੜਾ ਸਾਰਾ ਦੂਰ ਹੋ ਜਾਂਦਾ ਹੈ। ਸੁਨ ਉਪਦੇਸ਼ ਹਿਰਦੇ ਜਿਨ ਤਾਰਾ। ਇਹ ਉਪਦੇਸ਼ ਸੁਣ ਕਰਕੇ ਜਿਨ੍ਹਾਂ ਨੇ ਹਿਰਦੇ ਵਿੱਚ ਧਾਰਨ ਕਰ ਲਿਆ ਮੁਕਤ ਉਚਿਤ ਨਰ ਪਏ ਹਜ਼ਾਰਾ। ਉਹ ਅਣਗਿਣਤ ਹੀ ਲੋਕ ਸੰਗਤਾਂ ਜਿਹੜੀਆਂ ਨੇ ਮੁਕਤੀ ਦੇ ਯੋਗ ਹੋ ਗਏ ਆ। ਕਿਰਪਾ ਦ੍ਰਿਸ਼ਟ ਦੇਖੇ ਜਗਸਾਈ। ਜਗਤ ਦੇ ਮਾਲਕ ਸਤਿਗੁਰੂ ਮਹਾਰਾਜ ਜੀ ਕਿਰਪਾ ਦ੍ਰਿਸ਼ਟੀ ਨਾਲ ਦੇਖਦੇ ਆ। ਕਹੈ ਸ਼ਬਦ ਜਿਉ ਦਵੈਤ ਮਿਟਾਈ। ਉਹ ਸ਼ਬਦ ਉਚਾਰਨ ਕਰਦੇ ਨੇ ਜਿਹਦੇ ਨਾਲ ਦਵੈਸ ਦੂਰ ਹੋ ਜਾਵੇ। ਦ੍ਰਿੜ ਅਭਿਆਸ ਸਿੱਖ ਮਨ ਹੋਵਾ। ਇਸ ਤਰ੍ਹਾਂ ਸਿੱਖਾਂ ਦੇ ਮਨ ਦੇ ਵਿੱਚ ਪੂਰਨ ਦ੍ਰਿੜ ਅਭਿਆਸ ਹੋ ਗਿਆ ਆਤਮਾ ਦਾ। ਜਨਮ ਮਰਨ ਬੰਧਨ ਕੋ ਖੋਵਾ। ਜਨਮ ਮਰਨ ਦੇ ਸਾਰੇ ਬੰਧਨ ਖੋਹ ਲਏ ਆ ਜਿਨ੍ਹਾਂ ਨੇ ਗੁਰੂ ਮਹਾਰਾਜ ਦੀ ਸ਼ਰਨ ਲਈ ਸੰਗਤ ਕਰੀ ਹੈ। ਆਪਣਾ ਮਨੁੱਖਾ ਜਨਮ ਸਫਲਾ ਕਰ ਲਿਆ ਹੈ। ਕਿਰਪਾ ਦ੍ਰਿਸ਼ਟ ਦੇਖੀ ਜਗਸਾਈ। ਕਹੈ ਸ਼ਬਦ ਜਿਉ ਦਵੈਤ ਮਿਟਾਈ। ਦ੍ਰਿੜ ਅਭਿਆਸ ਸਿੱਖ ਮਨ ਹੋਵਾ। ਜਨਮ ਮਰਨ ਬੰਧਨ ਕੋ ਖੋਵਾ। ਦ੍ਰਿੜ ਅਭਿਆਸ ਸਿੱਖ ਨ ਮਨ ਹੋਵਾ। ਜਨਮ ਮਰਨ ਬੰਧਨ ਕੋ ਖੋਵਾ। ਮੇਰੇ ਹਰ ਪ੍ਰੀਤਮ ਕੀ। ਤੁਹਾਡੇ ਆਪਣੇ ਚੈਨਲ ਗੁਰਸੋਭਾ ਟੀਵੀ ਦੇ ਫੇਸਬੁੱਕ ਪੇਜ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ। ਕੋਈ ਬਾਤ YouTube ਤੇ ਕਥਾ ਕੀਰਤਨ ਸਰਵਣ ਕਰਨ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਜੋ ਤੁਹਾਨੂੰ ਹਰ ਨਵੀਂ ਵੀਡੀਓ ਦੀ ਸੂਚਨਾ ਮਿਲ ਸਕੇ। ਸੋ ਮੇਰਾ ਵੀ